ਪਰ ਉਹਦੇ ਅੰਦਰ ਜਿਹੜਾ ਜੀਵ ਹੈਗਾ ਨਾ ਉਹ ਬਹੁਤ ਪੁਰਾਣਾ ਹੈ। ਉਹਨੂੰ ਸਭ ਪਤਾ ਹੈ। ਕਿਉਂ ਜਦੋਂ ਉਹਨੂੰ ਸੁੱਖ ਮਿਲਦਾ ਹੈ ਨਾ ਛੋਟੇ ਬੱਚੇ ਨੂੰ, ਨਿੱਜਰ ਸਾਹਿਬ, ਉਹਨੂੰ ਪਤਾ ਹੈ ਅੰਦਰ ਬਿਲਕੁਲ ਛੋਟੀ ਬੱਚੀ ਹੈ 12 ਸਾਲ ਦੀ, ਛੋਟੇ ਬੱਚੇ ਨੂੰ ਫਿਰ ਜਦੋਂ ਉਹਨੂੰ ਸੁੱਖ ਮਿਲਿਆ ਨਾ, ਸੁੱਖ ਦਾ ਮਤਲਬ ਇੱਥੇ ਕੋਈ ਸਰੀਰਕ ਸੁੱਖ ਨਹੀਂ, ਸੁੱਖ ਦਾ ਮਤਲਬ ਵਿਚਾਰ ਮੁਕਤ ਅਵਸਥਾ। ਜਦੋਂ ਉਹਨੂੰ ਉੱਥੇ ਸਵਾਦ ਮਿਲਦਾ ਹੈ ਫਿਰ ਉਹ ਬਾਰ-ਬਾਰ ਉਸ ਚੀਜ਼ ਨੂੰ ਅਨੁਭਵ ਕਰਨਾ ਚਾਹੁੰਦਾ। ਔਰ ਵੈਸੇ ਵੀ ਜਿਹੜਾ ਵੀ ਬੱਚਾ ਉੱਥੇ ਜਾਊਗਾ ਉਹਦੀ ਜ਼ਿੰਦਗੀ ਇਹ ਵੀ ਬੜੀ ਸੁਥਰੀ ਜ਼ਿੰਦਗੀ ਹੋ ਜਾਏਗੀ, ਬੜੀ ਕਲੀਅਰ ਹੋ ਜਾਏਗੀ ਨਿੱਜਰ ਸਾਹਿਬ, ਬਿਲਕੁਲ ਪਤਾ ਲੱਗੂਗਾ ਜਾਣਾ ਕਿਹਨੂੰ ਹੈ। ਹਾਂਜੀ ਬਿਲਕੁਲ ਸਹੀ ਹੈ ਜੀ। ਵੀਰ ਜੀ ਕਈ ਵਾਰ ਤੁਸੀਂ ਦੇਖਿਓ ਕਦੇ ਛੋਟਾ ਬੱਚਾ ਨਾ ਜਦੋਂ ਆਪਾਂ ਗੱਲ ਕਰਦੇ ਹਾਂ ਕਿੰਨੀ ਧਿਆਨ ਨਾਲ ਗੱਲ ਸੁਣਦਾ ਹੁੰਦਾ, ਹਲੇ ਆਪਾਂ ਗੌਰ ਨਹੀਂ ਕਰਦੇ, ਛੋਟਾ ਬੱਚਾ ਬਹੁਤ ਧਿਆਨ ਨਾਲ ਗੱਲ ਸੁਣੂਗਾ। ਹਾਂਜੀ ਠੀਕ ਹੈ ਜੀ। ਪਲੀਜ਼ ਅੰਗ ਨੰਬਰ ਦੱਸੋਗੇ ਮੈਨੂੰ? ਅੰਗ ਨੰਬਰ ਹੈ ਅੰਗ ਨੰਬਰ 1160 1160। ओके थैंक यू। हाँ जी हाँ जी ओके निज्जर साहब आप कथा शुरू करो, रिकॉर्डिंग चालू कर। हाँ जी वीर जी आ कथा जिहड़ी हैगी ना अज जिहड़ी जो विचार कर रहे हैं आपां, एक सेकंड जी रिकॉर्डिंग दी गल, एक सेकंड, ये जिहड़ी आपां विचार अज कर रहे हैं कबीर साहब दा शब्द जिहड़ा लै रहे हैं ਉਹ ਦੇਖੋ ਸ਼ਬਦ ਜਿਹੜਾ ਹੈਗਾ ਬਨਾਰਸ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਆਹ ਗੱਲ ਬਨਾਰਸ ਦੇ ਵਿੱਚ ਕਹੀ ਆ। ਔਰ ਜਿਹੜਾ ਕਿ ਗੜ੍ਹ ਹੈਗਾ ਦੇਖ ਲਓ, ਵਿਦਿਆਲੇ ਹੈਗਾ, ਇਹ ਕਾਂਸ਼ੀ ਵਿਦਿਆਲੇ ਜਿਹਨੂੰ ਕਹਿੰਦੇ ਆਪਾਂ, ਉਸ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਆਹ ਗੱਲ ਕਹਿਣੀ ਜਿਹੜੀ ਹੈਗੀ, ਇਹ ਦੇਖ ਲਓ ਭਾਈ ਕਿੰਨੇ ਕੁ ਵੱਡੇ ਸੂਰਮਾ ਸੀਗੇ ਉਹ। एक सेकंड जी, बहुत सारे लोग की जमा हो गए। प्यारी साध संगत जी, वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। बीबी लेट आ रहे हो ना, हुण कथा शुरू हो जाती है फिर। ये 1160 अंग दे उत्ते और ये जिहड़ा शब्द हैगा पंजवीं पातशाही कह रही है, ये भी गल हैगी भाई, कबीर जी नूं संबोधन करके पंजवीं पातशाही कह रही है। ये पंजवीं पातशाही दा शब्द है। और पंजवीं पातशाही देख लो, फिर पंजवीं पातशाही तो इस अखरां दे उत्ते कुर्बान हो गए। माफ़ करना जी, मैं जिहड़ा हैगा इहदा हैडिंग नहीं देखिया सीगा। ये शब्द जिहड़ा हैगा पंजवीं पातशाही दा हैगा। और कबीर जी दे परथाए उन्होंने जिहड़ा हैगा कबीर जी दे नाल गलबात कीती है, क्योंकि ये सारे जिहड़े हैगे आ कर्मखंड दे विच सारे जिहड़े हैगे जिहड़े ब्रह्म ਗਿਆਨੀ ਹੁੰਦੇ ਆ ਉਹ ਸਾਰੇ ਇੱਕ ਹੁੰਦੇ ਆ। ਉਹ ਇੱਥੇ ਬੈਠੇ ਬੈਠੇ ਜਿਹੜੇ ਹੈਗੇ ਜਿਹੜੇ ਕਰਮਖੰਡ ਦੇ ਵਾਸੀ ਹੈਗੇ ਉਹਨਾਂ ਦੇ ਨਾਲ ਜਿਹੜੀ ਹੈਗੀ ਉਹਨਾਂ ਦੀ ਇੱਕਮਿਕ ਜਿਹੜਾ ਹੈਗਾ ਉਹਨਾਂ ਦਾ ਕਮਿਊਨੀਕੇਸ਼ਨ ਹੋ ਜਾਂਦਾ ਹੈ। ਜਦ ਪਰਮਾਤਮਾ ਦੇ ਨਾਲ ਹੋ ਗਿਆ ਤੇ ਸਾਰਿਆਂ ਦੇ ਨਾਲ ਹੋ ਗਿਆ। ਔਰ ਇਹ ਪੰਜਵੀਂ ਪਾਤਸ਼ਾਹੀ ਜਿਹੜੀ ਹੈਗੀ ਆਪਾਂ ਨੂੰ ਕੀ ਗਿਆਨ ਦੇ ਰਹੇ? ਮਹੱਲਾ ਪੰਜਵਾਂ, जो पाथर को कहते देव, जो पाथर को कहते देव, ताकि बिरथा होवे सेव। कहते ਜਿਹੜੇ पत्थर ਨੂੰ देवता ਕਹਿੰਦੇ ਆ, ਕਹਿੰਦੇ ਉਹਨਾਂ ਦੀ सेवा सारी बिरथा चले जाऊगी। जो पाथर को कहते देव, ताकि बिरथा होवे सेव। ਇਹ ਕੀ ਗਿਆਨ ਦੇ ਰਿਹਾ? ਕੇਵਲ ਜਿਹੜੇ ਹੈਗੇ ਜਿਹੜੇ ਪੱਥਰਾਂ ਦੀ ਮੂਰਤੀ ਦੀ ਪੂਜਾ ਕਰਦੇ, ਕੀ ਉਹਨਾਂ ਨੂੰ ਕਹਿ ਰਹੇ ਆ? ਨਹੀਂ ਭਾਈ, ਇਹ ਸਾਂਝੀ ਇਹ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਪੱਥਰਾਂ ਦੀ ਮੂਰਤੀ ਦੀ ਪੂਜਾ ਕਰਨ ਵਾਲਿਆਂ ਦੇ ਪਰ ਉਹਨਾਂ ਤੋਂ ਐਗਜ਼ਾਮਪਲ ਲੈ ਕੇ ਆਪਾਂ ਨੂੰ ਸਾਰੀ ਦੁਨੀਆ ਦੇ ਧਰਮ ਵਾਲਿਆਂ ਨੂੰ ਜਿਹੜੇ ਵੀ ਰੱਬ ਦੇ ਰਸਤੇ 'ਤੇ ਤੁਰਨਾ ਚਾਹੁੰਦੇ ਆ ਸਾਰਿਆਂ ਨੂੰ ਗਿਆਨ ਦੇ ਰਹੇ ਆ ਔਰ ਸਾਰਿਆਂ ਨੂੰ ਚੌਕਸ ਕਰ ਰਹੇ ਆ। ਮਹਾਰਾਜ ਪੰਜਵੀਂ ਪਾਤਸ਼ਾਹੀ ਕਹਿੰਦੇ ਆ ਦੇਖੋ ਗਿਆਨ ਦੇ ਰਹੇ ਕਿਹਦੀ ਪੂਜਾ ਕਰਨੀ ਹੈ, ਇਸ ਸ਼ਬਦ ਦੇ ਵਿੱਚ ਕਿਹਦਾ ਧਿਆਨ ਧਰਨਾ ਹੈ, ਇਹ ਜਿਹੜਾ ਹੈਗਾ ਆਪਾਂ ਨੂੰ ਦੱਸ ਰਿਹਾ। ਕਹਿੰਦੇ ਨਾ ਕਿਸੇ ਪੱਥਰ ਦਾ, ਨਾ ਕਿਸੇ ਮੂਰਤੀ ਦਾ, ਨਾ ਕਿਸੇ ਜਿਹੜਾ ਹੈਗਾ ਕਿਸੇ ਜਿਹੜਾ ਹੈਗਾ ਜਿਹੜਾ ਆਪਾਂ
ਗੁਰੂ ਗ੍ਰੰਥ ਸਾਹਿਬ ਹੈਗਾ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਹੈ, ਇਸ ਤਰ੍ਹਾਂ ਕਿਸੇ ਗ੍ਰੰਥ ਦਾ ਵੀ ਆਪਾਂ ਨੇ ਜਿਹੜਾ ਹੈਗਾ ਉਹਨੂੰ ਵੀ ਰੱਬ ਨਹੀਂ ਮੰਨਣਾ, ਉਹਦਾ ਵੀ ਧਿਆਨ ਨਹੀਂ ਧਰਨਾ। ਇਹ ਪੰਜਵੀਂ ਪਾਤਸ਼ਾਹੀ ਇਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈਗੇ ਮਹਾਰਾਜ ਜਿਹੜੇ ਹੈ ਗਿਆਨ ਦੇ ਰਹੇ ਆਪਾਂ ਨੂੰ, ਬਈ ਅਸੀਂ ਅਕਾਲ ਦੇ ਪੁਜਾਰੀ ਹੈਗੇ ਆ। ਉਹ ਬ੍ਰਹਮ ਬਾਣੀ ਹੈਗੀ ਆ, ਉਹ ਜਿਹੜੀ ਬਾਣੀ ਹੈਗੀ, ਉਹ ਜਿਹੜੇ ਬ੍ਰਹਮ ਗਿਆਨੀ ਜਿਹੜੇ ਮਹਿਲ ਦੇ ਵਿੱਚ ਚਲੇ ਗਏ ਮਹਾਰਾਜ ਦੇ, ਪਰਮਾਤਮਾ ਦੇ ਮਹਿਲ ਦੇ ਵਿੱਚ, ਉਹਨਾਂ ਨੂੰ ਉਹ ਗਿਆਨ ਆਇਆ ਆ, ਉਹ ਬ੍ਰਹਮ ਗਿਆਨ ਆ, ਉਹ ਪਰਮਾਤਮਾ ਦੇ ਬੋਲ ਹੈਗੇ ਆ, ਪਰ ਉਹ ਪਰਮਾਤਮਾ ਨਹੀਂ ਹੈਗਾ। ਆਪਾਂ ਨੇ ਪਰਮਾਤਮਾ ਦਾ ਧਿਆਨ ਧਰਨਾ ਹੈ, ਆਪਾਂ ਨੇ ਨਿਰੰਕਾਰ ਦਾ ਧਿਆਨ ਧਰਨਾ ਹੈ। ਆਪਾਂ ਜਿਹੜੀ ਚੀਜ਼ ਆਕਾਰ ਦੇ ਵਿੱਚ ਆ ਗਈ ਉਹ ਪਰਮਾਤਮਾ ਨਹੀਂ ਹੋ ਸਕਦੀ। ਇਹ ਜਿਹੜੀ ਪੋਥੀ ਪਰਮੇਸ਼ਰ ਕਾ ਤਹਾਨ ਸਾਧ ਸੰਗ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਇਹ ਪੂਰਨ ਬ੍ਰਹਮ ਗਿਆਨ ਹੈਗਾ। ਪਰਮੇਸ਼ਰ ਕਾ ਥਾਨ ਕਹਿ ਰਹੀ ਹੈ, ਇਹ ਪਰਮੇਸ਼ਰ ਕਾ ਥਾਨ ਜਿਹੜਾ ਹੈਗਾ ਆਪਣੇ ਅੰਦਰ ਹੈਗਾ। ਪੋਥੀ ਆਪਣੇ ਅੰਦਰ ਜਿਹੜਾ ਹੈਗਾ ਪਰਮੇਸ਼ਰ ਦਾ ਥਾਨ ਲਭਾਉਣ ਦੇ ਸਮਰੱਥ ਹੈਗੀ। ਇਹਨੂੰ ਪੋਥੀ ਕਹਿ ਰਹੇ ਮਹਾਰਾਜ, ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਆਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਕਹਿੰਦੇ ਪੂਰਨ ਬ੍ਰਹਮ ਗਿਆਨ ਆ। ਔਰ ਪਰਮੇਸ਼ਰ ਦਾ ਥਾਨ ਜਿਹੜਾ ਕਿ ਤੇਰੇ ਅੰਦਰ ਹੀ ਹੈਗਾ, ਉਹਨੂੰ ਇਹ ਲਭਾਉਣ ਦੇ ਸਮਰੱਥ ਹੈ। ਜੇ ਤੂੰ ਇਹਨੂੰ ਮੰਨੇਗਾ, ਜੇ ਤੂੰ ਇਹਦੇ ਅਨੁਸਾਰ ਆਪਣੇ ਆਪ ਨੂੰ ਚਲਾਏਗਾ ਤਾਂ। ਕਿਉਂਕਿ ਇਸ ਟਾਈਮ ਜਿਹੜਾ ਨਾ ਆਪਾਂ ਨੂੰ ਬਿਲਕੁਲ ਓਪਨ ਜਿਹੜਾ ਹੈਗਾ ਗੱਲ ਜਿਹੜੀ ਹੈਗੀ, ਕਿਸੇ ਪਾਸਿਓਂ ਵੀ ਆਪਾਂ ਨੂੰ ਜਿਹੜਾ ਹੈਗਾ ਇਹ ਬਈ ਡਾਇਲੂਟ ਨਹੀਂ ਕਰਨਾ ਆਪਾਂ ਨੇ ਇਹ ਗਿਆਨ ਨੂੰ, ਗਿਆਨ ਦੀ ਉਚਾਈ ਜਿਹੜੀ ਹੈਗੀ। ਨਹੀਂ ਤਾਂ ਜਿਹੜਾ ਹੈਗਾ ਆਪਾਂ ਇਹ ਜਿਹੜੇ ਹੈਗੇ ਆ ਇਹ ਗਿਆਨ ਨੂੰ ਜਿਹੜਾ ਹੈਗਾ ਇਹਦੀ ਉਚਾਈ ਨਹੀਂ ਫੜ ਪਾਵਾਂਗੇ ਪਾਏ। ਆਪਾਂ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਗੁਰੂ ਦੇ ਦੇਣਦਾਰ ਹੋ ਜਾਵਾਂਗੇ ਜੇ ਆਪਾਂ ਗੁਰੂ ਦੀ ਗੱਲ ਨੂੰ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਨਹੀਂ ਸੰਗਤ ਦੇ ਸਾਹਮਣੇ ਉਜਾਗਰ ਕਰ ਦਿੱਤੇ। ਹਾਂ, ਜਿੰਨੀ ਜੇ ਇਹਦੇ ਵਿੱਚ ਜਿਹੜਾ ਹੈਗਾ ਸਾਡੀ ਅਸਮਰਥਾ ਹੈਗੀ ਆ ਤੇ ਉਹਨੂੰ ਅਸੀਂ ਕਹਿ ਨਹੀਂ ਸਕਦੇ ਭਾਈ, ਇਹ ਨਾ ਹੀ ਅਸੀਂ ਚੈਲੰਜ ਕਰ ਰਹੇ ਹਾਂ। ਮਹੱਲਾ ਪੰਜਵਾਂ, ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ। ਕਹਿੰਦੇ ਜਿਹੜੇ ਵੀ ਪੱਥਰ ਦੀ ਪੈਰੀ ਪੈਂਦੇ ਆ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ, ਕਹਿੰਦੇ ਉਹਦੀ ਕਾਲਣਾ ਅਜਾਈ ਜਾਏਗੀ। ਜਿਹੜਾ ਵੀ ਬਗੈਰ ਜਿਹੜਾ ਪਰਮਾਤਮਾ ਹੈਗਾ ਨਿਰੰਕਾਰ, ਜਿਹੜਾ ਨਿਰੰਕਾਰ ਮਾਲਕ ਪਰਮਾਤਮਾ ਜਿਹੜਾ ਆਪਣੇ ਅੰਦਰ ਹੈਗਾ, ਉਹਨੂੰ ਛੱਡ ਕੇ ਜਿਹੜਾ ਵੀ ਇਨਸਾਨ ਹੋਰ ਕਿਸੇ ਚੀਜ਼ ਦੀ ਪੂਜਾ ਕਰੂਗਾ ਤੇ ਭਾਈ ਉਹਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਹੈਗਾ ਇਸ ਬਾਣੀ, ਇਸ ਗੁਰੂ ਗ੍ਰੰਥ ਸਾਹਿਬ, ਇਸ ਬ੍ਰਹਮ ਗਿਆਨ ਤੋਂ ਭਟਕ ਗਿਆ ਹੈਗਾ। ਇਸ ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਅਨੁਯਾਈ ਨਹੀਂ ਰਹਿ ਗਿਆ। ਉਹ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ की पाई पाए तिसकी काल अजाई जाए। ठाकुर हमरा सद बोलनता सर्व जियां को प्रभ दान देता रहा। ਉਹ ਕਹਿੰਦੇ ਮੇਰਾ ਮਾਲਕ ਪਰਮਾਤਮਾ ਤਾਂ ਹਰੇਕ ਦੇ ਵਿੱਚ ਬੋਲ ਰਿਹਾ ਆ, ਹਮੇਸ਼ਾ ਬੋਲ ਰਿਹਾ ਆ। ਮੇਰਾ ਮਾਲਕ ਪਰਮਾਤਮਾ ਉਹ ਤਾਂ ਹਮੇਸ਼ਾ ਬੋਲ ਰਿਹਾ ਔਰ ਸਾਰਿਆਂ ਦੇ ਵਿੱਚ ਬੋਲ ਰਿਹਾ ਆ ਪਾਏ। ਸਰਬ ਜੀਆਂ ਕੋ ਪ੍ਰਭ ਦਾਨ ਦੇਤਾ, ਔਰ ਸਾਰਿਆਂ ਨੂੰ ਹੀ ਦਾਨ ਦੇ ਰਿਹਾ ਹੈ ਮਾਲਕ ਪਰਮਾਤਮਾ। ਸਾਰੇ ਜੀਵ ਜਿਹੜੇ ਹੈਗੇ ਦੁਨੀਆ ਦੇ ਵਿੱਚ, ਚਾਰੋਂ ਖਾਣੀਆਂ ਦੇ ਜਿੰਨੇ ਵੀ ਜੀਵ ਜਿੱਥੇ ਵੀ ਹੈਗੇ, ਸਾਰਿਆਂ ਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੀ ਤਾਂ, ਹਵਾ ਪਾਣੀ ਅੰਨ ਸਾਰਾ ਕੁਝ ਦੇਣ ਵਾਲਾ ਉਹ ਮਾਲਕ ਪਰਮਾਤਮਾ ਹੀ ਤਾਂ ਹੈਗਾ, ਹੋਰ ਕੌਣ ਹੈਗਾ। ਰਹਾਓ ਅੰਤਰ ਦਿਓ ਨਾ ਜਾਣੇ ਅੰਧ, ਭ੍ਰਮ ਕਾ ਮੋਹਿਆ ਪਾਵੇ ਫੰਦ। ਆ ਲਓ ਦੇਖ ਲਓ ਕੀ ਕਹਿੰਦੇ ਮਹਾਰਾਜ। ਉੱਪਰ ਕਹਿ ਰਹੇ ਸੀਗੇ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਹੁਣ ਦੱਸ ਰਿਹਾ ਬਈ ਦੇਵ ਕਿੱਥੇ ਹੈਗਾ, ਜਿਹਦੀ ਪੂਜਾ ਕਰਨੀ ਹੈ ਕਿੱਥੇ ਹੈ ਦੇਵ। ਅੰਤਰ ਦਿਓ ਨਾ ਜਾਣੇ ਅੰਧ, ਕਹਿੰਦਾ ਅੰਨਾ ਹੈ, ਮਾਇਆ ਦੇ ਵਿੱਚ ਅੰਨਾ ਹੋਇਆ, ਹਨੇਰੇ ਦੇ ਵਿੱਚ ਆ। ਇਹ ਨਹੀਂ ਜਾਣਦਾ ਵੀ ਉਹ ਦੇਵਤਾ ਉਹਦੇ ਅੰਦਰ ਹੀ ਆ, ਉਹ ਆਤਮਾ ਤਾਂ ਲਾਈਵ ਤਾਂ ਉਹਦੇ ਅੰਦਰ ਹੀ ਹੈ ਮਾਲਕ ਪਰਮਾਤਮਾ। ਜਿਹੜਾ ਠਾਕੁਰ ਹਮਾਰਾ ਸਦ ਬੋਲਨਤਾ ਉਹ ਤਾਂ ਅੰਦਰ ਹੀ ਹੈਗਾ। ਅੰਤਰ ਦਿਓ ਨਾ ਜਾਣੇ ਅੰਧ
ਭਰਮ ਕਾ ਮੋਹਿਆ ਭਾਵੈ ਫੰਦ। ਕੀ ਕਰਦਾ ਹੈ? ਭਰਮ ਦਾ ਮੋਹਿਆ ਹੋਇਆ ਆ, ਬਾਹਰ ਜਿਹੜਾ ਹੈਗਾ ਆਕਾਰ ਦੇ ਨਾਲ, ਹੋਰ ਜਿਹੜਾ ਹੈਗਾ ਸਰੀਰ ਦੇ ਨਾਲ, ਹੋਰ ਕਿਹੜੀ ਚੀਜ਼ ਦੀ ਪੂਜਾ ਕਰਦਾ ਹੈ। ਇਹਨਾਂ ਦੇ ਨਾਲ ਹੀ ਜਿਹੜੇ ਹੈਗੇ ਇਹ ਭਰਮ ਕਾ ਮੋਹਿਆ, ਭਰਮ ਦੇ ਵਿੱਚ ਹੈਗਾ ਮੋਹਿਆ ਗਿਆ, ਅਤੇ ਇਸ ਕਰਕੇ ਬਾਹਰ ਜਿਹੜਾ ਹੈਗਾ ਇਹ ਮੋਹ ਦੀਆਂ ਧਾਰਾਂ, ਮੋਹ ਦੇ ਫੰਦੇ ਆਪ ਹੀ ਪਾ ਰਿਹਾ ਹੈ ਭਾਈ, ਆਪ ਹੀ ਫਸ ਰਿਹਾ ਹੈ, ਆਪ ਹੀ ਜਾਲ ਬੁਣ ਰਿਹਾ ਹੈ। ਨਾ ਪਾਥਰ ਬੋਲੇ ਨਾ ਕਿਛ ਦੇ। ਕਹਿੰਦੇ ਪੱਥਰ ਥੋੜੀ ਨਾ ਬੋਲਦਾ ਹੈ ਭਾਈ, ਪੱਥਰ ਦੇ ਵਿੱਚ ਜਾਨ ਕਿੱਥੇ ਹੈਗਾ। ਨਾ ਪਾਥਰ ਬੋਲੇ ਨਾ ਕਿਛ ਦੇ, ਨਾ ਉਹਨੇ ਕੁਛ ਦੇਣਾ ਹੈ ਭਾਈ। ਫੋਕਟ ਕਰਮ ਨਿਫਲ ਹੈ ਸੇਵ। ਕਹਿੰਦੇ ਫੋਕਟ ਕਰਮ ਕਰ ਰਿਹਾ ਆ ਔਰ ਫਲ ਨਹੀਂ ਦੇਗੀ ਜੋ ਸੇਵਾ ਕਰ ਰਿਹਾ ਭਾਈ। ਪੱਥਰ ਨੂੰ ਨਹਾ ਲਿਆ, ਤੁੜਾ ਲਿਆ, ਔਰ ਜੋੜਾ ਭੋਗ ਲਵਾ ਰਿਹਾ ਹੈ, ਕੀ ਕੁਛ ਕਰ ਰਿਹਾ ਹੈ ਭਾਈ। ਇਹਨੇ ਨਹੀਂ ਜਿਹੜਾ ਹੈਗਾ ਨਹੀਂ ਇਹਨੇ ਫਲ ਦੇਣਾ ਭਾਈ। ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ। ਦੇਖੋ ਕਿੱਥੇ ਮਹਾਰਾਜ ਐਗਜ਼ਾਮਪਲ ਦੇ ਰਹੇ ਆ। ਕਹਿੰਦੇ ਮੁਰਦੇ ਨੂੰ ਭਾਵੇਂ ਤੂੰ ਚੰਦਨ ਚੜਾ ਲਾ ਪਿਆਰਿਆ, ਤੇ ਭਾਵੇਂ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਜੇ ਮ੍ਰਿਤਕ ਕੋ ਬਿਸ਼ਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਭਾਵੇਂ ਕਹਿੰਦੇ ਬਿਸ਼ਟਾ ਦੇ ਵਿੱਚ, ਗੰਦਗੀ ਦੇ ਵਿੱਚ ਰੋਲਦੇ ਮਰੇ ਹੋਏ ਨੂੰ ਭਾਵੇਂ, ਕਹਿੰਦੇ ਉਹਦੇ ਨਾਲ ਕੀ ਹੋ ਜਾਊਗਾ ਦੱਸ। ਉਹਨੂੰ ਮ੍ਰਿਤਕ ਨੂੰ ਕੋਈ ਫਰਕ ਪੈ ਜਾਊਗਾ ਉਹਦੇ ਨਾਲ। ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ। ਕੀ ਫਲ ਮਿਲੂਗਾ? ਕਹਿੰਦੇ ਚੰਦਨ ਚੜਾ ਦੇਗਾ ਤੇ ਤੈਨੂੰ, ਮਰੇ ਹੋਏ ਨੂੰ ਚੰਦਨ ਚੜਾਏਗਾ ਤੇ ਤੈਨੂੰ ਕੀ ਮਿਲ ਜਾਣਾ। ਜੇ ਮ੍ਰਿਤਕ ਕੋ ਬਿਸ਼ਟਾ ਮਾਏ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਏ। ਜੇ ਕਹਿੰਦੇ ਬਿਸ਼ਟਾ ਦੇ ਵਿੱਚ ਰੋਲ ਦੇਗਾ ਉਹਨੂੰ, ਤੇ ਉਹਦੇ ਨਾਲ ਉਹ ਮ੍ਰਿਤਕ ਨੂੰ ਕੀ ਫਰਕ ਪੈ ਜਾਣਾ ਪਿਆਰਿਆ। ਕਹਿਤ ਕਬੀਰ ਹੋਂ ਕਹੋਂ ਪੁਕਾਰ। ਕਹਿਤ ਕਬੀਰ, ਕਬੀਰ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ ਮਹਾਰਾਜ, ਕਬੀਰ ਜੀ ਦਾ ਨਾਮ ਵਰਤ ਕੇ। ਕਹਿਤ ਕਬੀਰ ਹੋਂ ਕਹੋਂ ਪੁਕਾਰ। ਕਹਿੰਦੇ ਮੈਂ ਤਾਂ ਭਾਈ ਪੁਕਾਰ ਕੇ ਸਮਝਾ ਰਿਹਾ ਹਾਂ, ਪੁਕਾਰ ਕੇ ਸਮਝਾ ਰਿਹਾ ਹਾਂ। ਸਮਝ ਦੇਖ ਸਾਕਤ ਗਵਾਰ। ਕਹਿੰਦੇ ਓਏ ਰੱਬ ਤੇ ਟੁੱਟਿਆ ਹੋਇਆ, ਰੱਬ ਤੇਰੇ ਅੰਦਰ ਆ ਪਿਆਰਿਆ। ਕਿੱਥੇ ਕੀ ਕਰ ਰਿਹਾ ਤੂੰ ਕਿਹਦੇ ਮਗਰ ਜਾ ਰਿਹਾ ਆ, ਕਿਹੜੇ ਮਹਾਂਪੁਰਖ ਦੇ ਕਿੱਥੇ ਕੀ ਕੁਛ ਕਰ ਰਿਹਾ ਆ ਤੂੰ, ਕਿਹਦੀ ਪੂਜਾ ਕਰ ਰਿਹਾ ਹੈ। ਉਹ ਪਿਆਰਿਆ ਤੂੰ ਆਂਦੀ ਆਪਣੇ ਅੰਦਰ ਤਾਂ ਕਦੀ ਵਾੜੀ ਨਹੀਂ ਰਿਹਾ, ਤੂੰ ਨਿਰੰਕਾਰ ਦੀ ਪੂਜਾ ਤਾਂ ਕਦੀ ਕਰ ਹੀ ਨਹੀਂ ਰਿਹਾ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ। ਤਿਸੇ ਬੁਝਾਏ ਨਾਨਕਾ ਜਿਸ ਹੋਵੇ ਪ੍ਰਭ ਸੁਪਰਸਨ। ਇੱਥੇ ਹੁਣ ਕੋਈ ਵੀ ਆਕਾਰ ਜਿਹੜਾ ਹੈਗਾ, ਜਿਹੜਾ ਵੀ ਅੱਖਾਂ ਦੇ ਨਾਲ ਦਿਸ ਰਿਹਾ ਆ, ਉਹ ਭਾਈ ਰੱਬ ਨਹੀਂ ਹੋ ਸਕਦਾ। ਪਰਮਾਤਮਾ 3 ਗੁਣਾਂ ਤੋਂ ਭਿੰਨ ਹੈਗਾ। ਕਹਿਤ ਕਬੀਰ ਹੋਂ ਕਹੋਂ ਪੁਕਾਰ, ਸਮਝ ਦੇਖ ਸਾਖਤ ਗਵਾਰ। ਸਾਖਤ ਕਹਿੰਦੇ ਰੱਬ ਤੋਂ ਟੁੱਟਾ ਹੋਇਆ, ਗਵਾਰ ਕਹਿੰਦੇ ਆ ਜਿਹਨੂੰ ਗਿਆਨ ਨਾ ਹੋਏ ਔਰ ਗਿਆਨ ਲੈਣਾ ਵੀ ਨਾ ਚਾਹੇ। ਦੂਜੇ ਪਾਏ ਬਹੁਤ ਘਰ ਗਾਲੇ। ਕਹਿੰਦੇ ਡੁਐਲਿਟੀ ਹੈਗੀ, ਦੂਜਾ ਪਾਉ ਹੈਗਾ, ਇਹ ਮਾਇਆ ਹੈਗੀ ਜਿਹਦੀ ਪੂਜਾ ਕਰ ਰਹੇ ਆ, ਜਿਹਦੇ ਨਾਲ ਜੁੜ ਰਹੇ ਆ। ਦੂਜੇ ਪਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਕਹਿੰਦੇ ਇਹਦੇ ਨਾਲ ਤਾਂ ਬਹੁਤ ਘਰ ਜਿਹੜੇ ਬਥੇਰੇ ਜਿਹੜੇ ਹੈਗੇ ਕੰਮ ਕਰਕੇ ਚਲੇ ਗਏ ਆ, ਆਪਣੀ ਯਾਤਰਾ ਨਹੀਂ ਕਰ ਸਕੇ, ਫੇਲ ਹੋ ਕੇ ਚਲੇ ਗਏ ਆ। ਪਰਮੇਸ਼ਰ ਦੀ ਭਗਤੀ ਜਿਹੜੀ ਹੈਗੀ, ਉਹ ਨਿਰੰਕਾਰ ਦੀ ਭਗਤੀ ਤਾਂ ਹਮੇਸ਼ਾ ਹੀ ਪਹਿਲੇ ਦਿਨ ਤੋਂ ਸੁਖ ਦੇਣ ਵਾਲੀ ਹੈਗੀ। ਕਹਿਤ ਕਬੀਰ ਹੋਂ ਕਹੋਂ ਪੁਕਾਰ, ਸਮਝ ਦੇਖ ਸਾਖਤ ਗਵਾਰ। ਕਹਿੰਦੇ ਸਮਝ ਲਾ, ਸੋਚ ਲਾ, ਦੇਖ ਲਾ ਜੋ ਮੈਂ ਗੱਲ ਕਹਿ ਰਿਹਾ ਆ। ਦੂਜੇ ਪਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਕਹਿੰਦੇ ਰਾਮ ਦੀ ਭਗਤੀ ਜਿਹੜੀ ਹੈ ਹਮੇਸ਼ਾ ਹੀ ਸੁਖ ਦੇਣ ਵਾਲੀ ਹੈ, ਹਮੇਸ਼ਾ ਹੀ ਸੁਖਾਲੀ ਹੈਗੀ ਆ। ਆਹ ਗਿਆਨ ਸੀ, ਆਹ ਜਿਹੜੀ ਬਾਣੀ ਸੀਗੀ ਜਿਹੜੀ ਹੈਗੀ, ਇਹਦੇ ਵਾਸਤੇ ਜਿਹੜਾ ਹੈਗਾ ਜਹਾਂਗੀਰ ਨੂੰ ਚੰਦ ਬ੍ਰਾਹਮਣੋਂ ਨੇ ਅਰਜੀ ਦੀ। ਜਹਾਂਗੀਰ ਜਾ ਰਿਹਾ ਸੀਗਾ ਜਿਹੜਾ ਹੈਗਾ ਕਸ਼ਮੀਰ, ਜਾਂਦੇ ਉਹਨੇ ਕਿਹਾ ਵੀ ਇਹਨਾਂ ਨੂੰ ਗ੍ਰਿਫਤਾਰ ਕਰੋ। ਉਹ ਕਹਿੰਦੇ ਤਾਂ ਸਾਡੇ ਧਰਮ ਦੇ ਉੱਤੇ ਸਿੱਧਾ ਅਟੈਕ ਕਰ ਰਿਹਾ ਹੈ। ਬਸ ਤਾਂ ਉਹਨਾਂ ਨੂੰ ਜਿਹੜਾ ਹੈਗਾ ਬਿਆਸ ਦੇ ਦਰਿਆ ਦੇ ਕੰਢੇ ਜਿਹੜਾ ਹੈਗਾ ਮਹਾਰਾਜ ਨੂੰ ਜਿਹੜਾ ਹੈਗਾ ਤਾਂ ਫੜ ਕੇ ਗ੍ਰਿਫਤਾਰ ਕਰਕੇ ਲੈ ਕੇ ਆਏ, ਤਾਂ ਜਿਹੜਾ ਹੈਗਾ ਉਹ ਸਾਕਾ ਹੋਇਆ। ਮਹੱਲਾ ਪੰਜਵਾਂ। ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ,
ਉਹ ਜਿਹੜਾ ਹੈ ਨਾ ਆਪਣੇ ਜਿਹੜੇ ਹਿਸਟੋਰੀਅਨ ਹੈਗੇ ਉਹਨਾਂ ਦਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਉਹਨਾਂ ਨੇ ਉਹ ਅਰਜੀ ਜਿਹੜੀ ਹੈ ਦਿੱਲੀੋਂ ਜਿਹੜੀ ਉਹ ਅਰਜੀ ਲੈ ਲਈ ਸੀ, ਕੱਢ ਲਈ ਸੀ ਉਹ ਅਰਜੀ ਜਿਹੜੀ ਦਿੱਤੀ ਸੀਗੀ ਜਹਾਂਗੀਰ ਨੂੰ। ਉਹ ਹਿਸਟੋਰੀਅਨ ਜਿਨ੍ਹਾਂ ਨੇ ਕਿ ਹੁਕਮਨਾਮੇ ਵਗੈਰਾ ਕਾਫੀ ਹੁਕਮਨਾਮੇ ਜਿਹੜੇ ਉਹਨਾਂ ਦੀ ਬਹੁਤ ਘਾਲਣਾ ਹੈਗੀ। ਇੱਕ ਹੁਕਮਨਾਮਿਆਂ ਦਾ ਜਿਹੜਾ ਹੈਗਾ ਉਹਨਾਂ ਨੇ ਪੂਰਾ ਦਾ ਪੂਰਾ ਇੱਕ ਕਿਤਾਬ ਹੁਕਮਨਾਮਿਆਂ ਦੀ ਲਿਖੀ ਆ, ਉਹਦੇ ਵਿੱਚ ਸਾਰੇ ਹੁਕਮਨਾਮੇ ਦਿੱਤੇ ਹੋਏ ਉਹਨਾਂ ਨੇ। ਉਹ ਮੇਰੇ ਕੋਲ ਹੈਗੀ ਜਿਹੜੀ ਹੈਗੀ ਮਹੱਲਾ ਪੰਜਵਾਂ, ਜੋ ਪਾਥਰ ਕੋ कहते देव ताकि बिरथा होवे सेव, जो पाथर की पाई पाए तिसकी काल अजाई जाए। हाँ जी गोरखी साहब ਜੀ ਬਹੁਤ ਵਧੀਆ ਜੀ। ਮੈਂ ਹੁਣੇ ਬੈਠਾ ਨਾ ਵਿਚਾਰ ਕਰ ਰਿਹਾ ਸੀ। ਹਾਂਜੀ ਹਾਂਜੀ। ਤੇ ਮੇਰੇ ਮਨ ਦਾ ਇੱਕ ਵਿਚਾਰ ਚੱਲਿਆ ਤੇ ਸੰਗਤ ਜੀ, ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਮੇਰਾ ਕਹਿਣਾ ਫਰਜ਼ ਵੀ ਬਣਦਾ। ਜਿੰਨੀ ਉੱਚ ਕੋਟੀ ਦੀ ਕਥਾ ਹੋ ਰਹੀ ਹੈ ਨਾ, ਇਤਿਹਾਸ ਜਾਣੂਗਾ, ਬਹੁਤ ਉਚਾਈ ਆ ਗਈ ਹੈ ਕਥਾ ਦੇ ਵਿੱਚ। ਬਾਣੀ ਜੋ ਕਹਿਣਾ ਚਾਹੁੰਦੀ ਸੀ ਕਾਫੀ ਹੱਦ ਤੱਕ ਉਹ ਬਾਣੀ, ਉਹਦਾ ਮੈਸੇਜ ਤੁਹਾਡੇ ਤੱਕ ਪਹੁੰਚ ਰਿਹਾ। 100% ਨਹੀਂ ਮੈਂ ਕਹਿ ਸਕਦਾ, ਜੇ ਅਸੀਂ 10% ਵੀ ਤੁਹਾਡੇ ਤੱਕ ਮੈਸੇਜ ਪਹੁੰਚਾ ਦਿੱਤਾ ਨਾ, ਤੇ ਸਾਡਾ ਕੀਤਾ ਉਪਰਾਲਾ ਜਿਹੜਾ ਸਫਲ ਹੋ ਗਿਆ। ਠੀਕ ਹੈ। ਬਾਣੀ ਜਿਹੜੀ ਹੈ ਨਾ, ਜੈਸੀ ਆਵੇ ਖਸਮ ਕੀ ਬਾਣੀ ਤੈਸਾ ਕਰਾਂ, ਤੈਸੜਾ ਕਰੀ ਗਿਆਨ ਵੇ ਲਾ ਲਓ। ਹਾਂਜੀ ਵੀਰ ਜੀ। ਜੈਸੀ ਆਵੇ, ਜਿੱਦਾਂ ਦੀ ਆਉਂਦੀ ਆ, ਅਣਘੜਤ ਹੀ ਰਹਿ, ਤੇ ਉਹਨੂੰ ਉਸੇ ਰੂਪ ਮਜ਼ਾ। ਬਿਲਕੁਲ ਜੀ। ਇਹ ਗੋਰਖੀ ਸਾਹਿਬ ਇੱਕ ਆਪ ਇਹ ਨਾ ਉਹਨਾਂ ਨੇ ਕਿਸੇ ਨੇ ਦੱਸਤਾ, ਉਹ ਗੰਡਾ ਸਿੰਘ ਹਿਸਟੋਰੀਅਨ ਉਹਨਾਂ ਦੇ ਹੈਗੇ ਆ, ਉਹਨਾਂ ਨੇ ਲਿਆਂਦੀ ਉਹ ਅਰਜੀ ਕੱਢੀ ਉਹਨਾਂ ਨੇ ਉੱਥੋਂ। ਹਾਂਜੀ ਠੀਕ ਹੈ, ਬਹੁਤ ਵਧੀਆ। ਹਾਂਜੀ। ਇਹ ਦੇਖੋ, ਇਹ ਗੁਰੂ ਅਰਜਨ ਦੇਵ ਜੀ ਜੋ ਬੋਲ ਕੇ ਗਏ, ਉਹ ਕੀ ਕਹਿਣਾ ਚਾਹੁੰਦੇ ਸੀ? ਬੜੀ ਵੱਡੀ ਗੱਲ ਕਹਿਣਾ ਚਾਹੁੰਦੇ ਸੀ। ਹੁਣ ਆਪ ਜੀ ਨੂੰ ਪਤਾ ਹੈ, ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਾਰੀ ਕੰਸਟਰਕਸ਼ਨ ਕੀਤੀ ਹੈ, ਸਾਰੀ ਮੇਜਰ ਸਾਹਿਬ ਇਹਨਾਂ ਨੇ ਕਹੀ ਨਾ। ਹਾਂਜੀ ਹਾਂਜੀ, ਇਹਨਾਂ ਨੇ ਨੀਂਹ ਵੀ ਇਹਨਾਂ ਨੇ ਰਖਾਈ ਸੀਗੀ ਜੀ। ਠੀਕ ਹੈ। ਇਹਨਾਂ ਨੇ ਦੋ ਕੰਮ ਕੀਤੇ ਬਹੁਤ ਵੱਡੇ। ਇੱਕ ਤੇ ਜਿਹੜਾ ਆਪਣਾ ਹਰਿਮੰਦਰ ਸਾਹਿਬ ਹੈ, ਦਰਬਾਰ ਸਾਹਿਬ, ਉਹ ਸਾਰਾ ਕੰਮ ਇਹਨਾਂ ਨੇ ਕੰਪਲੀਟ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਆਦਿ ਗ੍ਰੰਥ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਹੁਣੇ ਜੀ ਗੂਗਲ 'ਚ ਵੇਖਣ ਦਿਆ ਸਾਂ, ਮੈਨੂੰ ਨਹੀਂ ਪਤਾ, ਮੇਰੀ ਨੌਲੇਜ ਏਡੀ ਵਧੀਆ ਨਹੀਂ ਹੈਗੀ। ਫਿਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਹ ਵੀ ਸੰਪੂਰਨ, ਹਾਂ, ਸੰਪਾਦਨਾ ਇਹਨਾਂ ਨੇ ਕੀਤੀ, ਸਾਰੀ ਦੀ ਸਾਰੀ ਸੰਪਾਦਨਾ ਇਹਨਾਂ ਨੇ ਕੀਤੀ। ਔਰ 9ਵੀਂ ਪਾਤਸ਼ਾਹੀ ਦੇ ਜਿਹੜੇ ਸ਼ਬਦ ਹੈਗੇ, ਸ਼ਲੋਕ ਹੈਗੇ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਪਾਏ। ਹਾਂਜੀ ਵੀਰ ਜੀ। ਹਾਂ ਦੇਖੋ, ਇਹ ਵੇਖੋ ਇਹਨਾਂ ਦਾ ਕੰਟਰੀਬਿਊਸ਼ਨ ਵੇਖੋ। ਠੀਕ ਹੈ। ਹੁਣ ਥੋੜਾ ਜਿਹਾ ਆਪਾਂ ਨੂੰ ਪਤਾ ਲੱਗ ਗਿਆ, ਤੁਹਾਨੂੰ ਪਤਾ ਤੇ ਸਾਰਿਆਂ ਨੂੰ ਹੀ ਆ, ਪਰ ਮੈਨੂੰ ਨਹੀਂ ਪਤਾ ਹੈ। ਚਲੋ ਹੋ ਸਕਦਾ ਕਿ ਇਹਨੂੰ ਨਹੀਂ ਪਤਾ, ਤੈਨੂੰ ਪਤਾ ਲੱਗ ਗਿਆ। ਹੁਣ ਉਹ ਆਪਾਂ ਨੂੰ ਕੀ ਕਹਿਣਾ ਚਾਹੁੰਦੇ ਨੇ, ਆਪ ਹੀ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਜੀ ਦਾ ਪੂਰਾ ਕੰਸਟਰਕਸ਼ਨ ਕੰਪਲੀਟ ਕੀਤੀ। ਕਾਫੀ ਵੱਡਾ ਪ੍ਰੋਜੈਕਟ ਸੀ ਉਸ ਸਮੇਂ ਦੇ ਵਿੱਚ, ਜੋ ਮੈਂ ਸੋਚਦਾ ਕਿ ਕਾਫੀ ਵੱਡੀ ਗੱਲ ਹੈ। ਅੱਜ ਦੇ ਸਮੇਂ ਨਾਲ ਵੀ ਤੇ ਵੱਡੀ ਗੱਲ ਆ, ਇੱਕ ਕਮਰਾ ਨਹੀਂ ਪੈਂਦਾ, ਕਿੱਡਾ ਵੱਡਾ ਪੂਰਾ ਮੇਜਰ ਸਾਹਿਬ। ਬਿਲਕੁਲ, ਇਟ ਇਜ਼ ਅ ਬਿਗ ਥਿੰਗ। ਔਰ ਉਹਨਾਂ ਨੇ ਉਹ ਕੀਤਾ। ਠੀਕ ਹੈ। ਹੁਣ ਉਹ ਕਹਿ ਰਹੇ ਨੇ, ਜੋ ਪਾਥਰ ਕੋ ਕਹਤੇ ਦੇਵ। ਪਹਿਲਾਂ ਹੀ ਉਹਨਾਂ ਨੇ ਕਿਹਾ ਵਾ ਕਿ ਜਿਹੜੇ ਪੱਥਰ ਨੂੰ ਦੇਵਤਾ ਕਹਿੰਦੇ ਨੇ, ਦੇਵ। अब जस्ट देखो कि पत्थर सच्ची कोई देवी देवता हैगा, कोई रब दा की कनेक्शन है पत्थर दे नाल? वो पत्थर जिन्हों बंदे ने बनाया, जो किदां दा देवता हो? अब जस्ट सोचो, मुसलमान भी उत्थे ही बैठा है, एक काला जिहा पत्थर उन्हां को पिया वा मक्के दे विच, वो कहंदे पता नहीं कित्थों आया। बिल्कुल। पर इह तक ये नहीं सोचदे कि परमात्मा दा पत्थर दे नाल की कनेक्शन है। भावें कित्थों मर्जी आया होवे, भावें चंद्रमा तो आया है जां होर किसी ग्रह तो आया है तो पत्थर ही है ना। बिल्कुल। वो भी एक किस्म का एक मूर्ति काइंड ऑफ थिंग आ, वो पत्थर है पर उन्होंने मूर्ति के तौर पर वो लोग सलाम करते हैं, सारे लोग उत्थे जाके मत्था टेकते हैं, काइंड ऑफ वो भी पत्थर की पूजा। ठीक है जी। हुण कहते जो पाथर को कहते देव ताकि बिरथा होवे सेव, कहते कि जेड़े पत्थर नूं रब समझ के या देवता समझ के उसकी पूजा करते हैं,
ਕਹਿੰਦੇ ਉਹਨਾਂ ਦੀ ਕੀਤੀ ਸੇਵਾ ਜਿਹੜੀ ਆ ਵਿਅਰਥ ਹੈ। ਬਿਰਥਾ ਮਤਲਬ ਕਿ ਤੁਸੀਂ ਇੱਕ ਉਸ ਬਾਲਟੀ 'ਚ ਪਾਣੀ ਪਾ ਰਹੇ ਜੋ ਜਿਹਦਾ ਥੱਲਾ ਨਹੀਂ ਹੈਗਾ। ਹਾਂ ਮੇਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਕਰ ਰਹੇ ਜੋ, ਪਾਣੀ ਵੀ ਪਾ ਰਹੇ ਜੋ, ਐਵਰੀਥਿੰਗ ਇਜ਼ ਫਾਈਨ, ਬਟ ਉਹ ਬਾਲਟੀ 'ਚ ਰੁਕਣਾ ਹੀ ਨਹੀਂ। ਬਿਰਥਾ, ਵੇਸਟ। ਹੁਣ ਥੱਲੇ ਛੇਕ ਹੈਗਾ ਤੇ ਉਹਦੇ ਵਿੱਚ ਪਾਉਣ ਦਾ ਵੀ ਕੋਈ ਇੰਨਾ ਫਾਇਦਾ ਨਹੀਂ ਹੈਗਾ। ਠੀਕ ਹੈ ਜੀ, ਨਾ ਟੱਕੇ ਕੰਮ ਹੋਣਾ। ਫਿਰ ਅਗਲੀ ਤੁਕ ਬੋਲੋ ਮੇਜਰ ਸਾਹਿਬ। ਜੋ ਪਾਥਰ ਕੀ ਪਾਏ ਤਿਸ ਕੀ ਕਾਲ ਅਜਾਈ ਜਾਏ। ਕਹਿੰਦੇ ਜਿਹੜੇ ਪੱਥਰ ਦੀ ਪੈਰੀ ਪੈਂਦੇ ਆ ਤੇ ਕਹਿੰਦੇ ਉਹਨਾਂ ਦੀ ਵੀ ਕਾਲ ਨਾ ਬੇਕਾਰ ਜਾ ਰਹੀ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਸੈਕੰਡ ਟਾਈਮ ਤੇ ਉਹਨਾਂ ਫੇਰ ਸੱਟ ਮਾਰੀ ਹੈ ਕਰਮ ਕਾਂਡ ਤੇ। ਉੱਥੇ ਵੇਖੋ ਲੋਕੀ ਕੀ ਕਰਦੇ ਨੇ, ਆਪ ਪਲੀਜ਼ ਦੇਖੋ ਕਿੱਦਾਂ ਨੂੰ ਸ਼ਿੰਗਾਰਦੇ ਨੇ, ਕਿੱਦਾਂ ਔਰਤੇ ਸੋਨਾ ਪਾਈ ਜਾਂਦੇ ਨੇ, ਕਿਤੇ ਕੁਛ ਤੇ ਕਿਤੇ ਕੁਛ। ਪਰ ਉਹ ਸੋਨਾ ਪਾਉਣ ਦੇ ਨਾਲ, ਸ਼ਿੰਗਾਰ ਕਰਨ ਦੇ ਨਾਲ ਅਬਜਸਟ ਦੇਖੋ ਕੀ ਹੋਊਗਾ। ਤੁਸੀਂ, ਮੈਂ ਤੁਹਾਡੀ ਗੱਲ ਕਰਦਾ ਜਾਂ ਮੈਂ ਆਪਣੀ ਗੱਲ ਕਰਦਾ, ਮੈਂ ਬੜੇ ਸੋਹਣੇ ਕੱਪੜੇ ਪਾਏ ਨੇ, ਮੈਂ ਸ਼ਿੰਗਾਰ ਕਰ ਲਿਆ, ਬੂਟ ਪਾ ਲਿਆ ਐਰਾ ਵਗੈਰਾ, ਤੇ ਜੇ ਮੇਰੇ ਅੰਦਰ ਕੋਈ ਉਹ ਗੁਣ ਹੈਗਾ ਹੀ ਨਹੀਂ ਕਿ ਕੋਟ ਪਾਉਣ ਦੇ ਨਾਲ ਮੇਰਾ ਅੰਦਰ ਦਾ ਕੋਈ ਜਿਹੜਾ ਸ਼ਖਸ ਹੈਗਾ ਵਾ ਉਹ ਬਦਲੂਗਾ, ਮੈਨੂੰ ਦੱਸੋ ਨਿੱਜਰ ਸਾਹਿਬ। ਨਾ ਬਿਲਕੁਲ ਨਹੀਂ। ਔਰ ਨਾਲੇ ਗੋਰਖੀ ਸਾਹਿਬ ਦੇਖੋ ਜਿਹੜੀ ਹੈ ਨਾ ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਜਿਨ੍ਹਾਂ ਨੇ ਇਹ ਜਿਹੜਾ ਹੈਗਾ ਇਹ ਪਾਤਸ਼ਾਹੀਆਂ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਬਾਣੀ ਜਾਂ ਜਿਹੜੀ ਹੈ ਦੂਸਰੇ ਹੋਰ ਜਿਹੜੇ ਹੈਗੇ ਭਗਤਾਂ ਦੀ ਬਾਣੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਿੱਥੇ ਜਾਂਦੇ ਸੀ ਦੇਖੋ। ਉਹ ਜਿਹੜੇ ਫਰੀਦਕੋਟ ਜਿਹੜੇ ਹੈਗੇ ਉਹਨਾਂ ਦੇ 6ਵੇਂ ਫਰੀਦ ਕੋਲੋਂ ਜਿਹੜੇ ਹੈਗੇ ਉਹ ਗੁਰੂ ਨਾਨਕ ਸਾਹਿਬ ਜਿਹੜੇ ਹੈਗੇ ਉਹਨਾਂ ਦੀ ਫਰੀਦ ਜੀ ਦੀ ਬਾਣੀ ਲੈ ਕੇ ਆਏ ਔਰ ਉਹਨਾਂ ਜੀਵਨੀ ਪੜ੍ਹੀ, ਆਪਾਂ ਪਤਾ ਲੱਗਦਾ ਆਪਾਂ ਨੂੰ ਉਹ ਜਿਹੜੇ ਹੈਗੇ ਕਹਿ ਕੇ ਗਏ ਆ। ਉਹਨਾਂ ਦਾ ਸ਼ਬਦ ਹੈਗਾ ਸੂਹੀ ਰਾਗ ਦੇ ਵਿੱਚ ਪਹਿਲਾ ਸ਼ਬਦ ਉਹਨਾਂ ਦਾ ਹੀ ਪਾਇਆ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਆ ਲਓ ਕਹਿੰਦੇ ਹੋਰ ਬਾਕੀ ਸਾਰੇ ਕੰਮ ਨਿਰਾਫਲ ਆ ਪਾਏ, ਅਜਾਈ ਜਾਏਗੀ ਸੇਵਾ ਤੁਹਾਡੀ। ਉਹਨਾਂ ਨੂੰ ਫਲ ਨਹੀਂ ਲੱਗਣਾ, ਨਿਰਾਫਲ ਹੈਗੇ। ਜਪੋ ਤਾਂ ਏਕੋ ਨਾਮਾ, ਨਾਮ ਪਰਮੇਸ਼ਰ ਜਿਹੜਾ ਅੰਦਰ ਬੈਠਾ ਹੈ ਉਹਦਾ ਧਿਆਨ ਕਰੋ। ਜਪਣਾ ਕੀ ਆ ਵੀ ਮਾਲਕ ਤੇਰੇ ਅੰਦਰ ਆ, ਉਹਦੀ ਨੇੜਤਾ ਮਹਿਸੂਸ ਕਰ ਮਾਲਕ ਦੀ। ਮਾਲਕ ਤੇਰੇ ਅੰਦਰ ਹੈ। ਉਸ ਜਪਣਾ ਖਾਲੀ ਜਿਹੜਾ ਹੈ ਅੱਖਰ ਥੋੜੀ ਨਾ ਜਪਣਾ ਹੈ ਵੀ ਵਾਹਿਗੁਰੂ 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 ਕਰਕੇ ਤੇ ਹੋ ਗਈ ਭਗਤੀ। ਨਹੀਂ ਪਾਈ, ਇਹ ਪੁਕਾਰ ਹੈਗੀ ਆ। ਕਿਹਨੂੰ ਪੁਕਾਰਨਾ ਹੈ? ਉਹ ਤੇਰੇ ਅੰਦਰ ਆ, ਉਹਨੂੰ ਪੁਕਾਰਨਾ ਹੈ। ਤੂੰ ਪੁਕਾਰਨਾ ਹੈ ਉਹਨੂੰ। ਜੇ ਉਹਨੂੰ ਆਪਾਂ ਉਹਦਾ ਧਿਆਨ ਨਹੀਂ ਆ ਰਿਹਾ ਆਪਣੇ ਅੰਦਰ ਤੇ ਵਾਹਿਗੁਰੂ ਵਾਹਿਗੁਰੂ ਤਾਂ ਫੋਕਟ ਹੋ ਜਾਏਗਾ। ਫਿਰ ਇਹ ਵੀ ਕਰਮਕਾਂਡ ਬਣ ਜਾਏਗਾ। ਪਿਆਰਿਓ ਸਮਝ ਲਓ ਇਸ ਗੱਲ ਨੂੰ, ਕਿਉਂਕਿ ਬਾਣੀ ਕਹਿੰਦੀ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ। ਫਿਰ ਇਸ ਸ਼ਬਦ ਦੀ ਜਦ ਥੱਲੇ ਆ ਜਾਾਂਗੇ ਆਪਾਂ ਤੀਸਰੀ ਪਾਤਸ਼ਾਹੀ ਦੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਥੋੜਾ ਜਿਹਾ ਇਹਨਾਂ ਦਾ ਨਾ ਵਿਸਤਾਰ ਕਰਦੇ ਹਾਂ ਆਪਾਂ। ਪਹਿਲੇ ਪੱਥਰ ਦੀ ਮੂਰਤੀ ਨਾਲ ਸੰਬੰਧ ਕਰ ਦਾਂਗੇ ਨਾ, ਤੇ ਉਹ ਇਨਸਾਫ ਨਹੀਂ ਹੈ। ਹਾਂ ਧੱਕਾ। ਵੀਰ ਜੀ ਇੱਕ ਹੋਰ ਵੀ ਹੈ ਨਾ ਜੀ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਿਲਕੁਲ ਠੀਕ ਹੈ ਜੀ। ਹਾਂਜੀ ਠੀਕ ਹੈ। ਅੱਜ ਦੇਖੋ ਕਹਿੰਦੇ ਕਿ ਉਹ ਪੱਥਰ ਦੀ ਗੱਲ ਕਰ ਰਹੇ ਨੇ। ਕਹਿੰਦੇ ਵੇਖੋ ਜੋ ਪੱਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਵੇ ਸੀ। ਇੱਕ ਪੱਥਰ ਦਾ ਮਤਲਬ ਪਤਾ ਕੀ ਹੈ? ਇਹ ਪੱਥਰ ਦੀ ਮੂਰਤੀ ਦੀ ਗੱਲ ਥੋੜੀ ਚੱਲ ਰਹੀ ਹੈ। ਭਾਵੇਂ ਪੱਥਰ ਕਿਸੇ ਰੂਪ ਚ ਹੀ ਆ। ਬਿਲਕੁਲ। ਉਹ ਬਿਲਡਿੰਗ ਵੀ ਕਹਿ ਸਕਦੇ ਜੇ ਤੁਸੀਂ। ਕੋਈ ਵੀ ਬਿਲਡਿੰਗ, ਕੰਸਟਰਕਸ਼ਨ, ਜੋ ਵੀ ਕਹਿ ਲਓ। ਹੁਣ ਕਈ ਬੰਦੇ ਇਹ ਜਾਣੇ ਉਹਨਾਂ ਨੇ ਕਹਿਣਾ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਹੈ। ਹਾਂ ਪਲੀਜ਼ ਇਹ ਚੀਜ਼ ਨੂੰ ਦੇਖੋ। ਪਰ ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹੋ ਹੀ ਆ। ਉੱਥੇ ਕੋਈ ਉਹ ਬਾਣੀ ਦੇ ਵਿੱਚ ਇਕੱਲੀ ਬਿਲਡਿੰਗ ਨਹੀਂ ਲਿਖ ਸਕਦੇ। ਮੰਦਿਰ, ਗੁਰਦੁਆਰੇ, ਮਸਜਿਦ ਨਹੀਂ ਨਾ ਲਿਖਿਆ। ਉਹਨਾਂ ਪੱਥਰ ਨੂੰ ਕਹਿਤਾ। ਪੱਥਰ ਮੀਨ ਸਟੋਨ। ਬਿਲਕੁਲ। ਸਟੋਨ ਮੀਨ ਕੁਛ ਵੀ A to Z ਜੜ। ਕਹਿੰਦੇ ਤਿਸਕੀ ਕਾਲ ਅਜਾਈ ਜਾਏ ਜੋ ਪਾਥਰ ਕੀ ਪਾਈ ਪਏ। ਹੁਣ ਪੱਥਰ ਦੀ ਪਾਈ ਹੁਣ ਤੁਸੀਂ ਕਿਸੇ ਤੌਰ ਤੇ ਵੀ ਕਹਿ ਲਓ। ਉਹ ਕਹਿੰਦੇ ਉਹਨਾਂ ਦੀ ਘਾਲਣਾ ਜਿਹੜੀ ਘਾਲੀ ਆ ਉਹ ਅਜਾਈ ਚਲੀ ਜਾਊ। ਕਹਿੰਦੇ ਠਾਕੁਰ ਹਮਰਾ ਸਦਾ ਬੁਲੰਤਾ। ਅਗਲੇ ਬੰਨੇ ਬੋਲ ਰਹੇ ਕਿ ਜਿਹੜਾ ਮੇਰਾ ਠਾਕੁਰ ਹੈ ਨਾ ਬੋਲਦਾ ਉਹ। ਇਹ ਹੁਣ ਗੋਰਖੀ ਸਾਹਿਬ ਇਹ ਹੁਣ ਜਿਹੜਾ ਮੁਸਲਮਾਨਾਂ ਨੂੰ ਥੋੜੀ ਨਾ ਚੰਗਾ ਲੱਗਣਾ ਹੈ, ਆਪਾਂ ਨੂੰ ਹਿੰਦੂਆਂ ਨੂੰ ਵੀ ਨਹੀਂ ਚੰਗਾ ਲੱਗਣਾ, ਸਿੱਖਾਂ ਨੂੰ ਵੀ ਨਹੀਂ ਚੰਗਾ ਲੱਗਣਾ। ਪਰ ਇਹ ਜਿਹੜੀ ਬਾਣੀ ਜਿਹੜੀ ਹੈਗੀ ਜੇ ਨਹੀਂ ਚੰਗੀ ਲੱਗ ਰਹੀ ਨਾ ਤੇ ਜੇ ਕਿਤੇ ਜ਼ਖਮ ਕਰ ਰਹੀ ਹੈ ਤੇ ਸਮਝ ਲਓ ਵੀ ਫਾਇਦਾ ਕਰੂਗੀ ਉਹ।
ਇਹ ਨਿੱਜਰ ਸਾਹਿਬ ਵੈਸੇ ਵੀ ਜਦੋਂ ਤੁਹਾਡਾ ਕੋਈ ਤੁਸੀਂ ਜਾਓ ਕਿਸੇ ਕੋਈ ਆਪਣੇ ਇਲਾਜ ਕਰਾਉਣ ਜਾਓ ਤੇ ਦਰਦ ਤੇ ਹੋਣੀ ਆ ਤੁਹਾਨੂੰ। ਹਾਂ, ਬਿਨਾਂ ਕੱਢਿਆ ਤੋਂ ਡੈਮੇਜ ਪੀਸ ਨੂੰ ਕਿੱਦਾਂ ਕੱਢਾਂਗੇ ਆਪਾਂ? ਬਿਲਕੁਲ। ਜਦੋਂ ਤੁਸੀਂ ਨੁਕਸ ਪੈ ਗਿਆ ਸਰੀਰ ਦੇ ਵਿੱਚ, ਰੋਗ ਆ ਗਿਆ ਹੈ, ਰੋਗ ਨੂੰ ਕੱਢਣ ਦੇ ਲਈ ਜਦੋਂ ਕੱਢੋਗੇ ਡਾਕਟਰ ਜਦੋਂ ਵੀ ਚਲਾਉਂਦਾ ਬਲੇਡ ਤਾਂ ਉਹ ਦਰਦ ਤੇ ਹੋਣੀ ਆ। ਬਿਲਕੁਲ ਸਹੀ ਗੱਲ। ਕਿਉਂਕਿ ਉਹ ਕੁਝ ਕੱਢ ਰਿਹਾ ਤੁਹਾਡੇ ਅੰਦਰ, ਉਹ ਐਸੀ ਖਰਾਬ ਚੀਜ਼ ਕੱਢ ਰਿਹਾ ਜਿਹੜੇ ਦੂਜੇ ਨੂੰ ਪਾਰਟ ਨੂੰ ਖਰਾਬ ਕਰ ਰਿਹਾ। ਤੇ ਬਾਣੀ ਵੀ ਤੇ ਸਰਜਰੀ ਕਰਦੀ ਹੈ, ਤੁਹਾਡਾ ਆਪਰੇਸ਼ਨ ਕਰਦੀ ਹੈ, ਤੁਹਾਡੇ ਦਿਮਾਗ ਦਾ ਆਪਰੇਸ਼ਨ ਕਰਦੀ ਹੈ, ਤੁਹਾਡੇ ਦਿਮਾਗ ਚੋਂ ਗੰਦਮੰਦ ਬਾਹਰ ਕੱਢਦੀ ਆ। ਔਰ ਮੇਰੇ ਦਾ ਕਹਿੰਦਾ ਨਹੀਂ ਮਹਾਰਾਜ ਇਹ ਗੰਦ ਰਹਿਣ ਤੋਂ ਬੜਾ ਵਧੀਆ ਵਾ। ਮਹਾਰਾਜ ਬਾਣੀ ਕਹਿੰਦੀ ਆ ਕਿ ਚਰਨਜੀਤ ਤੂੰ ਇਹ ਬਾਣੀ ਚੋਂ ਤੈਨੂੰ ਤਾਂ ਕਿ ਮੂੰਹ ਆਏ ਦੁਰਗੰਧ, ਤੇਰੇ ਮੂੰਹ ਚੋਂ ਦੁਰਗੰਧ ਆਉਂਦੀ ਹੈ, ਇਹ ਗੰਦਮੰਦ ਤੇਰੇ ਅੰਦਰ ਹੈਗਾ, ਮੈਨੂੰ ਕੱਢ ਲੈਣ ਦੇ। ਔਰ ਮੈਂ ਕਹਾਂ ਜੀ ਇਹ ਕੈਂਸਰ ਮੈਨੂੰ ਬੜੀ ਵਧੀਆ ਲੱਗਦੀ ਆ ਤੇ ਮੈਂ ਕਿੰਨਾ ਕੁ ਸਿਆਣਾ ਹੋਊਗਾ ਨਿੱਜਰ ਸਾਹਿਬ। ਬਿਲਕੁਲ, ਬਹੁਤ ਵਧੀਆ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਠੀਕ ਹੈ, ਬਾਣੀ ਕੈਂਸਰ ਆਪਰੇਸ਼ਨ ਕਰਦੀ ਹੈ। ਔਰ ਸਾਡੇ ਕੋਲ ਵੀ ਕੋਈ ਬੰਦਾ ਆ ਜਾਂਦਾ ਹੈ, ਅਸੀਂ ਵੀ ਉਹਦਾ ਆਪਰੇਸ਼ਨ ਹੀ ਕਰਦੇ ਆ। ਔਰ ਫਿਰ ਆਪਰੇਸ਼ਨ ਜਦੋਂ ਚੱਲਦਾ ਹੋਵੇ ਨਿੱਜਰ ਸਾਹਿਬ ਬੰਦਾ ਭੱਜ ਨਹੀਂ ਸਕਦਾ, ਕਿਉਂਕਿ ਸਾਈਨ ਕਰਾਏ ਦੇ ਨਾ ਕਿ ਤੂੰ ਭਰਾਵਾ ਹੁਣ ਇੱਥੇ ਸਾਈਨ ਕਰਦੇ ਆ, ਪੇਪਰ ਤੇਰਾ ਹੈਗਾ ਕਿ ਮੈਂ ਆਪਣੀ ਮਰਜ਼ੀ ਨਾਲ ਆਪਰੇਸ਼ਨ ਕਰਾਉਂਦੇ ਆ। ਹੁਣ ਸੰਗਤ ਜਦੋਂ ਬੰਦਾ ਸਾਈਨ ਕਰਕੇ ਖੁਦ ਹੀ ਤੇ ਆਉਂਦਾ ਇਹਦੇ ਤੇ ਬਾਉਂਡ ਹੋ ਜਾਂਦਾ। ਪਰ ਕਈ ਬੰਦੇ ਭੱਜ ਵੀ ਜਾਂਦੇ ਆਪਰੇਸ਼ਨ ਦੇ ਵਿੱਚ ਅੱਧਾ ਕਰਾ ਕੇ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਨਿੱਜਰ ਸਾਹਿਬ ਤੇ ਚਰਨਜੀਤ ਸਿੰਘ ਉਹ ਥੋੜੀ ਜੀ ਕੀ ਕਹਿੰਦੇ ਨੇ ਸਰਜਰੀ ਕਰਨ ਦਾ ਥੋੜਾ ਸਮਾਨ ਹੀ ਤਿਆਰ ਕਰਨੇ ਹੁੰਦੇ ਆ, ਉਹ ਬੰਦਾ ਵੇਖ ਕੇ ਭੱਜ ਜਾਂਦਾ ਕਿ ਇਹ ਤੇ ਮੇਰੇ ਅੰਦਰ ਮੰਦਿਰ ਕੱਢ ਦੇਣਾ, ਮੇਰਾ ਗੁਰਦੁਆਰਾ ਬਾਹਰ ਕੱਢ ਦੇਣਾ, ਮੇਰਾ ਜਿਹੜਾ ਗੁਰੂ ਉਹ ਵੀ ਖੋਲ ਫਿਰਦੇ ਆ। ਆਪਰੇਸ਼ਨ ਇਹ ਖਤਰਨਾਕ ਹੈ, ਲਿਸਟ ਪੜ੍ਹ ਕੇ ਭੱਜ ਜਾਂਦੇ ਕਈ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਬਾਣੀ ਜਿਹੜੀ ਹੈਗੀ ਆਪਣੀ, ਇਹਨੇ ਕੋਈ ਭਰਮ ਰਹਿਣ ਨਹੀਂ ਦੇਣਾ ਭਾਈ, ਇਹ ਗੱਲ ਮੈਂ ਪੱਥਰ ਤੇ ਲਿਖ ਦਿੰਦਾ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਬਾਣੀ ਦੇ ਵਿੱਚ ਭਰਮ ਹੈ ਹੀ ਨਹੀਂ ਆ। ਪੁਆਇੰਟ ਟੂ ਪੁਆਇੰਟ ਗੱਲਾਂ ਦੇਖੋ, ਪਰ ਕਿੱਥੇ ਪਾਉਂਦੇ ਨੇ। ਅੱਛਾ ਕਹਿੰਦੇ ਠਾਕੁਰ ਹਮਰਾ ਸਦਾ ਬੁਲੰਤਾ, ਮੇਰਾ ਜਿਹੜਾ ਠਾਕੁਰ ਹੈ ਜਿਹਦੀ ਮੈਂ ਪੂਜਾ ਕਰਦਾ ਉਹ ਤਾਂ ਸਦਾ ਬੋਲ ਰਿਹਾ ਹੈ, ਜੜ ਨਹੀਂ ਹੈਗਾ। ਬਸ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ, ਸਾਰਿਆਂ ਨੂੰ ਦੇ ਰਿਹਾ ਹੈ, ਦੇਣ ਵਾਲਾ ਉਹ ਮਾਲਕ ਪਰਮਾਤਮਾ ਹੈ, ਸਾਰਿਆਂ ਨੂੰ ਦੇਣ ਵਾਲਾ। ਉਹ ਤਾਂ ਇੱਕ ਸਕਿੰਟ ਵਾਸਤੇ ਆਪਣੀ ਹਵਾ ਬੰਦ ਕਰ ਦੇ ਤੇ ਸਾਰੇ ਜਿਹੜੇ ਠੰਟਨ ਗੋਪਾਲ ਹੋ ਜਾਊਗਾ, ਸਾਰਾ ਦਾ ਸਾਰਾ ਦੁਨੀਆ ਖੜ ਜੂਗੀ। ਹਾਂ, ਤੇ ਧਾਰਮਿਕ ਸਥਾਨ ਕਿਹੜਾ ਕਿੰਨਾ ਕੁ ਕਿਸੇ ਨੂੰ ਦੇਣ ਦਿਆ, ਨਹੀਂ ਦੇਣ ਦਿਆ ਕਿਸੇ ਨੂੰ ਕੁਛ। ਕੋਈ ਮੂਰਤੀ ਦੇਂਦੀ ਹੈ ਕਿਸੇ ਨੂੰ ਕੁਛ? ਜਿੰਦਾ ਹੈ ਪੁਰਸ਼, ਪ੍ਰਾਤਮਾ ਹੈ। ਮੈਂ ਬੈਠਾ ਹੈਰਾਨ ਹੁੰਦਾ ਹੈ, ਉਹਦਾ ਮੈਕੈਨਿਜ਼ਮ ਏਡਾ ਤਗੜਾ ਹੈ, ਕਿੰਨਾ ਪਾਵਰਫੁਲ ਹੈ ਉਹ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ। ਮੇਰੇ ਵਰਗ ਨੂੰ ਇੱਥੇ ਰੋਟੀ ਪਕਾਉਣੀ ਔਖੀ ਹੁੰਦੀ ਆ, ਕਿੱਦਾਂ ਰੋਟੀ ਪਕਾਉਣੀ, ਕਿੱਦਾਂ ਘਰ ਦੀ ਮੇਨਟੇਨੈਂਸ, ਕਿਤੇ ਬਿਜਲੀ ਦੇ ਬਿੱਲ, ਉਹ ਪਾਣੀ ਭਰਨਾ, ਟੈਂਕੀ ਚ ਭਰਨਾ, ਕੱਪੜੇ ਧੋਣੇ, ਸਾਬਣ ਲਿਆਉਣਾ, ਪਤਾ ਹੀ ਕੁਛ ਨਹੀਂ। ਬੱਚਿਆਂ ਦੀਆਂ ਫੀਸਾਂ, ਬੱਚਿਆਂ ਨੂੰ ਘਰੋਂ ਲਿਆਉਣਾ, ਸਕੂਲ ਤੇ ਛੱਡ ਕੇ ਆਉਣਾ, ਟਿਊਸ਼ਨ ਤੇ ਭੇਜਣਾ, ਕਿੰਨਾ ਜਬ। ਮੈਂ ਇਕੱਲਾ ਆਪਣੇ ਬਾਰੇ ਦੇਖਣ ਡਿਆ, ਮੈਂ ਛੋਟਾ ਜਿਹਾ ਕੰਮ, ਤੇ ਉਹ ਪਰਮਾਤਮਾ, ਉਹ ਬ੍ਰਹਮ ਪਾਵਰਫੁਲ। ਔਰ ਇੱਕ ਹੀ ਟਾਈਮ ਤੇ ਪਤਾ ਹੀ ਨਹੀਂ ਕਿੰਨੀਆਂ ਧਰਤੀਆਂ, ਕਿੰਨੇ ਕੁ ਸੂਰਜ, ਪਤਾ ਹੀ ਨਹੀਂ ਕੀ ਕੁਝ, ਸਭ ਨੂੰ ਕੰਟਰੋਲ ਕਰ ਰਿਹਾ ਉਹ। ਔਰ ਸਾਰੇ ਉਹਦੇ ਵਿੱਚ ਹੈਗੇ, ਸਾਰੇ ਉਹਦੇ ਵਿੱਚ ਹੈਗੇ। ਉਹਨੂੰ ਦੱਸੋ ਕੋਈ ਕੀੜਾ ਮਕੌੜਾ ਨਹੀਂ ਉਹ ਤੋਂ ਬਾਹਰ। ਅਬ ਜਸਟ ਸੋਚੋ ਕਿ ਤੁਹਾਡੇ ਦਿਮਾਗ ਦੀਆਂ ਨਾੜਾਂ ਹਿਲ ਜਾਣਗੀਆਂ। ਬਿਲਕੁਲ ਸਹੀ ਹੈ। ਪਾਵਰਫੁਲ, ਪਤਾ ਨਹੀਂ ਕਿੰਨਾ ਕਰੋੜ ਜੀਵ ਜਿਹੜਾ ਉੱਥੇ ਉਹ ਚ ਰਹਿੰਦੇ ਆ ਵਾ ਸਮੁੰਦਰ ਚ। ਔਰ ਕਿੰਨੀ ਆਕਸੀਜਨ ਜਿਹੜੀ ਆ ਸਮੁੰਦਰ ਚ ਪੈਦਾ ਹੁੰਦੀ ਆ। ਉਹਦਾ ਕਾਰਨ ਇਹ ਆ ਕਿਉਂਕਿ ਰੇਗਿਸਤਾਨ ਦੇ ਵਿੱਚ ਰੁੱਖ ਨਹੀਂ ਹੈਗੇ, ਉੱਥੇ ਸਮੁੰਦਰ ਹੈਗਾ। ਨਿੱਜਰ ਸਾਹਿਬ ਬਿਲਕੁਲ ਦੇਖੋ, ਇਹ ਹੈ ਤੇ ਉਹਦਾ ਕਮਾਲ ਹੈ। ਕਿੰਨੇ ਜ਼ਬਰਦਸਤ ਮੈਕੈਨਿਜ਼ਮ ਹੈਗੇ। ਅੱਛਾ ਜੀ, ਇਹ ਮੈਂ ਜਸਟ ਮੇਰਾ ਦਿਲ ਕਰ ਕਈ ਵਾਰੀ ਉਹਦੀ ਤਾਰੀਫ ਕਰਨ ਦੇ ਲਈ, ਉਹ ਫਿਰ ਉਹਦੀ ਤਾਰੀਫ ਤੇ ਉਹ ਤਾਰੀਫ ਕਰਨ ਦਾ ਮਜ਼ਾ ਬੜਾ ਆਉਂਦਾ। ਹੈ ਹੀ ਬੜਾ ਤਗੜਾ ਕਲਾਕਾਰ ਹੈ। ਅੱਛਾ ਠੀਕ ਹੈ ਜੀ। ਹੁਣ ਕਹਿੰਦੇ ਆ, ਕਹਿੰਦੇ ਨਾ ਪਾਥਰ ਬੋਲੇ ਨਾ ਨਹੀਂ, ਹਾਲੇ ਨਹੀਂ, ਇਸ ਤੋਂ ਉੱਪਰ ਲਾਏ ਗੁਰਕੀ ਸਾਹਿਬ ਰਹਾਓ, ਅੰਤਰ ਦੇਵ ਨਾ ਜਾਣੇ ਅੰਧ। ਕਹਿੰਦੇ ਤੇਰੇ ਅੰਦਰ ਦੇਵਤਾ ਬੋਲ ਰਿਹਾ ਹੈ, ਤੇਰੇ ਅੰਦਰ ਆ ਦੇਵਤਾ ਜਿਹਦੀ ਪੂਜਾ ਕਰਨੀ ਆ ਪਿਆਰਿਆ। ਔਰ ਤੂੰ ਜਿਹੜਾ ਹਨੇਰੇ ਦੇ ਵਿੱਚ ਆ, ਅੰਨਾ ਆ ਭਾਈ, ਨਹੀਂ ਜਾਣਦਾ ਇਸ ਗੱਲ ਨੂੰ। ਤੂੰ ਜਾ ਕੇ ਪੱਥਰਾਂ ਦੀ ਪੂਜਾ ਕਰ ਰਿਹਾ, ਤੂੰ ਜਾ ਕੇ ਆਕਾਰ ਦੀ ਪੂਜਾ ਕਰ ਰਿਹਾ, ਔਰ ਉਹ ਤਾਂ ਤੇਰੇ ਅੰਦਰ ਹੈਗਾ ਭਾਈ, ਤੇਰੇ ਅੰਦਰ ਤੇਰੀ ਆਤਮਾ, ਉੱਥੇ ਤੱਕ ਪਹੁੰਚ, ਉਹਦੀ ਪੂਜਾ ਕਰ। ਭਰਮ ਕਾ ਮੋਇਆ ਭਾਵੈ ਫੰਦ, ਐਸਾ ਭਰਮ ਦਾ ਮੋਇਆ ਹੋਇਆ ਆ, ਬਸ ਨਹੀਂ ਇਹਨੇ ਇਹ ਗੱਲ ਮੰਨਣੀ, ਨਹੀਂ ਆਪਣੇ ਅੰਦਰ ਵੜਨਾ, ਨਹੀਂ ਇਹਨੇ ਧਿਆਨ ਸਿਮਰਨ ਕਰਨਾ। ਇਹਨੇ ਜਾ ਕੇ ਫਿਰ ਜਾ ਕੇ
ਇੱਧਰ ਉੱਧਰ ਪਹਾੜਾਂ ਤੇ ਚੜ੍ਹਨਾ, ਕਿੱਥੇ ਪੱਥਰਾਂ ਦੀ ਮੂਰਤੀ, ਕਹਿੰਦੇ ਉੱਧਰ ਨੂੰ ਫੰਦੇ ਪਾਈ ਜਾਣੇ ਇਹਨੇ ਮੋਹ ਦੇ ਉਹਨਾਂ ਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਫਸ ਜਾਣਾ ਹੈ। ਫੰਦੇ ਮਤਲਬ ਇਹਨੇ ਜਿਹੜਾ ਆਕਾਰ ਦੀ ਪੂਜਾ ਦੇ ਵਿੱਚ ਫਿਰ ਫਸ ਜਾਣਾ ਹੈ। ਹਾਂਜੀ ਵੀਰ ਜੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਕਹਿੰਦੇ ਅੰਤਰ ਦਿਓ ਨਾ ਜਾਣੇ ਅੰਧ ਕਹਿੰਦੇ ਅੰਨਾ ਬੰਦਾ। ਠੀਕ ਹੈ, ਅੰਨਾ ਹੀ ਕਹਿੰਦੇ ਨਾ ਨਿੱਜਰ ਸਾਹਿਬ, ਅੰਨਾ ਹੀ ਕਹਿੰਦੇ। ਹਨੇਰੇ 'ਚ ਹੈ ਜਿਹੜਾ, ਜਾਂ ਹਨੇਰੇ 'ਚ ਹੈ ਜਿਹੜਾ, ਉਹਨੂੰ ਅੰਧੇਰੇ ਵਾਲੇ ਨੂੰ ਕਹਿ ਲਓ, ਉਹ ਵੀ ਅੰਨਾ ਹੀ ਆ ਭਾਈ। ਹਨੇਰੇ ਦੇ ਕਾਰਨ ਅੰਨਾ ਹੋਇਆ ਪਿਆ। ਕੁਛ ਜਿਹੜੀਆਂ ਕੋਈ ਅੱਖਾਂ ਨਹੀਂ ਹੁੰਦੀਆਂ, ਗਿਆਨ ਨਹੀਂ ਹੈਗਾ, ਉਹਦੇ ਕਾਰਨ ਅੰਨੇ ਆਪਾਂ। ਹਾਂਜੀ ਵੀਰ। ਅੰਨਾ ਕਹਿੰਦੇ ਜਿਹਨੂੰ ਇਹ ਨਹੀਂ ਪਤਾ ਰੱਬ ਅੰਦਰ ਏਡੀ ਸਖਤ ਬਣ। ਇਹ ਨਹੀਂ ਕਹਿੰਦੇ ਕਿ ਅਗਿਆਨੀ ਆ, ਕਹਿੰਦੇ ਅੰਨਾ ਵਾ। ਅੰਨਾ ਉਹ ਜਿਹਦੀਆਂ ਅੱਖਾਂ ਵੀ ਹੈਗੀਆਂ ਪਰ ਵੇਖਣਾ ਨਹੀਂ ਚਾਹੁੰਦਾ। ਅੱਖਾਂ ਤੇ ਪੱਟੀ ਬੱਧੀ ਹੋਈ ਹੈ। ਬਾਣੀ ਦੀ ਇੱਕ ਤੋਂ ਤੁਕ ਕਹਿੰਦੀ ਹੈ, ਬਾਹਰ ਢੂੰਡੇ ਭਰਮ ਭੁਲਾਏ, ਗੁਰਮੁਖ ਹੋਵੇ ਕਾਇਆ ਖੋਜੇ। ਹੋਰ ਸਭ ਭਰਮ ਭੁਲਾਏ। ਬਾਣੀ ਪੜੋ, ਹੋਰ ਸਭ ਭਰਮ ਭੁਲਾਏ। ਬਾਣੀ ਇਸੇ ਚੀਜ਼ ਨੂੰ ਫੜ ਕੇ ਸਟੇਟਮੈਂਟ, ਬ੍ਰਹਮ ਗਿਆਨੀ ਜਦੋਂ ਬੋਲਦੇ ਨੇ ਇਕੱਠੇ ਬੋਲੀ ਜਾਂਦੇ ਨੇ, ਇਕੱਠੇ ਇੱਕੋ ਹੀ ਲੈਨੋ ਸਟੇਟਮੈਂਟ, ਉਹਨੂੰ ਪੱਕਾ ਕਰੀ ਜਾਂਦੇ ਨੇ, ਕਨਫਿਊਜ਼ਨ ਕ੍ਰੀਏਟ ਨਹੀਂ ਕਰਦੇ। ਠੀਕ ਹੈ, ਕਹਿੰਦੇ ਅੰਤਰ ਦਿਓ ਨਾ ਜਾਣੇ ਅੰਧ, ਭਰਮ ਕਮੋਇਆ ਪਾਵੇ ਫਨ। ਬਾਹਰ ਆਕਾਰ ਨੂੰ ਜਿਹੜਾ ਜਾ ਕੇ ਚਿੰਬੜਦਾ ਹੈ, ਉਹਨੂੰ ਜਿਹੜਾ ਹੈਗਾ ਜ਼ਰੂਰ ਫਸਦਾ ਹੈ, ਉੱਥੇ ਜਾ ਕੇ ਫੰਦੇ ਪਾਉਂਦਾ ਹੈ ਆਪਣੇ ਗੱਲ 'ਚ। ਹਾਂ, ਭਰਮ ਦਾ ਮਤਲਬ ਹੁੰਦਾ ਹੈ ਧੋਖਾ, ਜਿਹੜਾ ਧੋਖਾ, ਫਰੇਬ। ਉਹ ਕਹਿੰਦੇ ਉਹ ਚੀਜ਼ ਨੂੰ ਸਮਝ ਨਹੀਂ ਪਾ ਰਿਹਾ ਕਿ ਉਹ ਵੇਖੋ ਆਪਣੇ ਆਪ ਨੂੰ ਇੱਧਰ ਉੱਧਰ ਹੀ ਐਵੇਂ ਬੇਵਕੂਫ ਬਣਾਈ ਜਾਂਦੇ। ਆਪਣੇ 'ਚ ਵੀ ਕਿੰਨੇ ਲੋਕ ਹੈਗੇ ਨੇ, ਕਿੰਨੇ ਕੁ ਸਿਆਣੇ ਨੇ ਆਪਣੇ 'ਚ ਵੀ। ਉਹ ਏਦਾਂ ਹੀ ਜੀਵਨ ਕੱਢ ਲੈਂਦਾ ਬੰਦਾ। ਆਪ ਜਸਟ ਦੇਖੋ, ਆਪ ਪਲੀਜ਼ ਇੱਕ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਮਾਤਮਾ ਚਾਹੂਗਾ ਕਿ ਅਸੀਂ 2-3 ਪਾਠ ਕਰੀਏ, ਇਸ਼ਨਾਨ ਕਰ ਲਈਏ, ਤੇ ਕੇਸ਼ੀ ਇਸ਼ਨਾਨ ਕਰ ਲਿਆ, 2-3 ਪਾਠ ਕਰ ਲਏ ਨੇ, ਤੇ ਬਸ ਮੀਟ ਮੱਛੀ ਛੱਡਤਾ ਤੇ ਆਪਾਂ ਧਾਰਮਿਕ ਹੋ ਗਏ? ਆਪ ਦੇਖੋ, ਪੋਸੀਬਲ ਹੈ? ਆਪ ਜਸਟ ਦੇਖੋ, ਪਰਮਾਤਮਾ ਏਦਾਂ ਦਾ ਧਰਮ ਚਾਹੁੰਦਾ, ਕੀ ਕਰ ਰਹੇ ਆਪਾਂ? ਇਹਦੇ ਵਿਚਾਰ ਕੀਤੀ ਹੈ? ਉਹ ਸੱਚ ਨਾ, ਇਹ ਬਹੁਤ ਛੋਟਾ ਜਿਹਾ ਧਰਮ ਹੈ। ਆਪਾਂ ਜੇ ਸੋਚਦੇ ਹਾਂ ਨਾ, ਇਹ ਬਹੁਤ ਆਪਣੀ ਇੱਕ ਬਹੁਤ ਛੋਟੀ ਜਿਹੀ, ਇੱਕ ਸਮਝ ਲਓ ਕਿ ਸਾਡੀ ਬੁੱਧੀ ਕਿਤੇ ਕਿੱਡੀ ਕੁ ਤੇਜ਼ ਹੈ। ਇੱਕ ਛੋਟੀ ਜਿਹੀ ਬੁੱਧੀ ਹੈ। ਜਿੱਦਾਂ ਕਈ ਬਣਾ ਦਿੰਦੇ ਨੇ, ਰੱਬ ਬਣਾ ਦਿੰਦੇ ਨੇ, ਉੱਥੇ ਲੋਕਪੁਰੀ, ਬ੍ਰਹਮਪੁਰੀ ਵਗੈਰਾ ਕਲਪਨਾ ਹੀ ਹੈ। ਸਾਡੀ ਬੁੱਧੀ ਕੀ ਸੋਚੇਗੀ? ਇਹੋ ਕਹਿ ਦੂਗੀ ਕਲਪ 'ਚ ਦਰਖਤ ਆ, ਉੱਥੇ ਜੋ ਮਰਜ਼ੀ ਆ, ਤੁਸੀਂ ਸਵਰਗ 'ਚ ਜਾਓਗੇ। ਮੁਸਲਮਾਨਾਂ ਨੇ ਆਪਣਾ ਸਵਰਗ ਬਣਾਤਾ। ਉੱਥੇ ਜੀ ਕੀ ਹੈਗਾ? ਉੱਥੇ ਜੀ ਹੂਰਾਂ ਹੈਗੀਆਂ ਨੇ, ਪਾਣੀ ਵਾਧੂ, ਉੱਥੇ ਪਾਣੀ ਦੀ ਜਗ੍ਹਾ ਸ਼ਰਾਬ ਹੈਗੀ ਆ, ਉਹਦੀਆਂ ਔਰਤਾਂ ਬੁੱਢੀਆਂ ਨਹੀਂ ਹੁੰਦੀਆਂ। ਉੱਥੇ ਏਦਾਂ ਵਾ ਕਿ ਉਲਟੀਆਂ ਪੁਲਟੀਆਂ ਗੱਲਾਂ ਜੋ ਤੁਹਾਡੀਆਂ ਕਲਪਨਾ ਚ ਆਈਆਂ, ਤੁਸੀਂ ਉਹ ਸਵਰਗ ਬਣਾਤਾ। ਨਿੱਜਰ ਸਾਹਿਬ, ਜਿਹੜੀ ਕਲਪਨਾ ਕਿ ਜਿਹੜੀ ਚੀਜ਼ ਚਾਹੀਦੀ ਆ ਆਪਾਂ ਨੂੰ, ਇੱਥੇ ਜਿਹੜੀ ਚੀਜ਼ ਦੀ ਪੂਰਤੀ ਨਹੀਂ ਹੋ ਰਹੀ, ਅੱਗੇ ਗਾਹਾਂ ਜਿਹੜੀ ਹੈਗੀ ਉਸੇ ਚੀਜ਼ ਦੇ ਵਾਸਤੇ ਗਾਹਾਂ ਕਲਪਨਾ ਕਰ ਲਈ ਹੈ। ਹਾਂਜੀ ਵੀਰ। ਪਰ ਨਿੱਜਰ ਸਾਹਿਬ, ਉਹ ਪੂਰਤੀ ਤੇ ਇੱਥੇ ਉਹ ਹੁੰਦੀ ਹੁਣ ਤੇ ਸੁੱਖ ਹੀ ਬੜਾ ਆ ਗਿਆ। ਇਹ ਉਦੋਂ ਠੀਕ ਸੀ ਜਦੋਂ ਰਾਜੇ ਰੋਜਿਆਂ ਕੋ ਸੁੱਖ ਸਨ ਤੇ ਆਮ ਬੰਦੇ ਕੋ ਸੁੱਖ ਨਹੀਂ ਸੀ। ਹੁਣ ਤੇ ਮੇਰੇ ਵਰਗਾ ਜੋ ਮਰਜ਼ੀ ਬਾਜ਼ਾਰੋਂ ਖਰੀਦ ਲੈ, ਮੇਰੇ ਸਾਰਾ 10-15-20 ਹਜ਼ਾਰ ਚ ਜੋ ਮਰਜ਼ੀ ਮੈਂ ਸਵਰਗ ਬਣਾ ਕੇ ਬਹਿ ਜਾ ਇੱਥੇ। ਬਿਲਕੁਲ ਹੈ। 15-20 ਹਜ਼ਾਰ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਕਲਪਨਾ ਵਾਲਾ ਸਵਰਗ ਹੈ ਨਾ, ਇੱਥੇ ਮੈਂ ਬਣਾ ਸਕਦਾ ਵਾ। 25 ਹਜ਼ਾਰ ਰੁਪਏ ਚ ਕੋਈ ਮਹਿੰਗਾ ਸਵਰਗ ਥੋੜੀ ਹੈਗਾ। ਉਦੋਂ ਸੀ ਉਹ ਜ਼ਮਾਨੇ। ਹੁਣ ਉਹ ਰਾਜਾ ਖਾਣਾ ਖਾਂਦਾ ਸੀ, ਆਮ ਤੁਸੀਂ ਰੇਹੜੀ ਤੇ ਜਾ ਕੇ ਖਾਣੇ ਖਾ ਸਕਦੇ, ਜੋ ਚੀਜ਼ਾਂ ਜਿਹੜੀਆਂ ਆਮ ਹੀ ਬੰਦਾ ਖਾ ਸਕਦਾ। ਇੰਨੀ ਵਿਗਿਆਨ ਨੇ ਚੀਜ਼ ਸੌਖੀ ਕਰ ਦਿੱਤੀ ਹੈ। ਉਦੋਂ ਸੀ ਗੱਲਾਂ, ਠੀਕ ਹੈ ਜੀ। ਰਾਜੇ ਕੋਲ ਜਿਹੜਾ ਕੰਬਲ ਸੀ, ਉਸ ਤੋਂ ਵਧੀਆ ਕੰਬਲ ਤੁਸੀਂ 1500 ਦੀ ਰਜਾਈ ਮਿਲ ਜਾਂਦੀ। ਸਹੀ ਹੈ, ਬਿਲਕੁਲ ਸਹੀ ਹੈ ਜੀ। ਜਿਹੜਾ ਰਾਜਾ ਪਲੰਗ ਤੇ ਸੌਂਦਾ ਸੀ, ਮੇਰੇ ਸਿਰ 15-12 ਹਜ਼ਾਰ ਦਾ, 15-20 ਹਜ਼ਾਰ ਦਾ ਵਧੀਆ ਪਲੰਗ ਬਣ ਜਾਂਦਾ। ਉਸ ਤੋਂ ਵਧੀਆ ਹੀ ਬਣੂਗਾ। ਰਾਜੇ ਕੋਲ ਪੱਖਾ ਨਹੀਂ ਹੈਗਾ, ਤੁਸੀਂ ਪੱਖਾ ਲੈ ਆਓ ਘਰੇ, ਏਸੀ ਲੈ ਆਓ, 250 ਦਾ 2500 ਦਾ ਪੱਖਾ, ਏਸੀ ਲੈ ਆਓ। ਰਾਜੇ ਨੇ ਜਿਹੜੀ ਜੁੱਤੀ ਪਾਉਣੀ ਸੀ, ਉਹ ਤੋਂ ਮਹਿੰਗੀ ਜੁੱਤੀ ਤੁਸੀਂ ਕਿਸੇ ਕੰਪਨੀ ਦਾ ਬ੍ਰਾਂਡ ਦਾ ਸ਼ੂਜ਼ ਲੈ ਆਓ। ਹੋਰ ਕਹਾਣੀ ਕੀ ਆ? ਉਹ ਸਭ ਗੱਲਾਂ ਹੀ ਬਣਾਈਆਂ ਲੋਕਾਂ ਨੇ, ਠੀਕ ਹੈ। ਜਿਹਦੇ ਭਰਮ ਦੇ ਵਿੱਚ ਜਿਹੜਾ ਬੰਦਾ ਨਾ, ਉਹ ਭਰਮ ਦਾ ਮਤਲਬ ਹੁੰਦਾ ਕਿ ਜਿਹੜਾ ਸੱਚ ਨੂੰ ਨਹੀਂ ਸਮਝਣਾ ਚਾਹੁੰਦਾ, ਜਿਹੜਾ ਆਪਣੀਆਂ ਅੱਖਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਜਿਹੜਾ ਆਪਣੀ ਬੁੱਧੀ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਉਹ ਬੰਦਾ ਕੀ ਆ? ਭਰਮ 'ਚ ਆ। ਸਾਹਮਣੇ ਬਾਣੀ ਕਹਿੰਦੀ, ਹਾਥ ਦੀਪਕ ਕੂਏ ਪੈਰ ਧਰੇ, ਕੂਏ ਪਰੇ, ਹਾਥ ਦੀਪਕ ਕੂਏ ਪਰੇ, ਕਾਹੇ ਕੀ ਕੁਛਲਾਤ।
ਕਹਿੰਦੇ ਕਾਹਦੀ ਵਧੀਆ ਕੀ ਕੁਸ਼ਲ ਕਰ ਰਿਹਾ ਤੂੰ ਯਾਰ, ਤੇਰਾ ਫਾਇਦਾ ਕਾਹਦਾ ਫਾਇਦਾ ਕਰ ਰਿਹਾ ਤੂੰ ਆਪਣਾ? ਦੀਪਕ ਹੈਗਾ ਤੇ ਫਿਰ ਖੱਡੇ 'ਚ ਡਿੱਗ ਰਿਹਾ। ਹਾਂ, ਖੱਡੇ 'ਚ ਪੈਰ ਰੱਖ ਰਿਹਾ, ਇਹਦਾ ਮਤਲਬ ਭਰਮ ਦਾ ਮਤਲਬ ਆਪਣੀ ਬੁੱਧੀ ਦਾ, ਆਪਣਾ ਗਿਆਨ ਦਾ ਇਸਤੇਮਾਲ ਨਹੀਂ ਕਰਨਾ, ਕੇਵਲ ਕਿਸੇ ਦੇ ਪਿੱਛੇ ਤੁਰ ਪੈਣਾ। ਇਹਨੇ ਕਹਿਤਾ ਉਹ ਭੇਡਾਂ ਬੱਕਰੀਆਂ ਨੂੰ, ਪਰ ਉਹ ਨਹੀਂ ਸੋਚਦਾ, ਉਹ ਭੁੱਲਿਆ ਇਹ ਆਪਣੀ ਮੌਤ 'ਚ ਖੁਦ ਪ੍ਰਵੇਸ਼ ਕਰੂਗਾ। ਇਹਦਾ ਜੀਵਨ ਵੱਖਰਾ ਹੈ, ਮੇਰਾ ਜੀਵਨ ਦਾ ਪ੍ਰਯੋਜਨ ਵੱਖਰਾ, ਮੇਰੇ ਅੰਦਰ ਜਿਹੜਾ ਜੀਵ ਰਹਿੰਦਾ ਉਹ ਵੱਖਰਾ ਵਾ। ਇਹਦੇ ਰਾਹ ਦੇ ਮਗਰ ਤੁਰਨ ਦੇ ਨਾਲ ਮੈਂ ਕਿੱਥੇ ਸਹੀ ਜਗ੍ਹਾ ਤੇ ਪਹੁੰਚ ਜਾਊਗਾ। ਔਰ ਜੇਕਰ ਇਹ ਸਹੀ ਰਸਤੇ ਤੇ ਚੱਲ ਰਿਹਾ ਤੇ ਇਹਦੇ ਜੀਵਨ 'ਚ ਕੀ ਪਰਿਵਰਤਨ ਹੋ ਰਿਹਾ? ਜੇ ਮੈਨੂੰ ਕੋਈ ਨਹੀਂ ਦਿਖਾਈ ਦੇ ਰਿਹਾ ਤੇ ਕੱਲ ਨੂੰ ਮੇਰੇ ਜੀਵਨ 'ਚ ਕੀ ਪਰਿਵਰਤਨ ਆਵੇ? ਕੱਲ ਵੀ ਕਿਹਾ ਨਾ ਕਿ ਜਿਹੜਾ ਮੁੱਲਾ ਉਹ ਹੁੰਦਾ ਜਿਹੜਾ ਮਨ ਦੇ ਨਾਲ ਲੜਦਾ। ਹਾਂ, ਕੱਲ ਹੀ ਕਿਹਾ ਜੀ, ਕੱਲ ਕਿਹਾ ਮੁੱਲਾ, ਉਹ ਸੱਚੀ ਉਹ ਮੁੱਲਾ ਹੈਗਾ, ਇਹ ਮਨ ਦੇ ਨਾਲ ਲੜਨ ਵਾਲਾ। ਇਹ ਮੁੱਲਾ ਮਨ ਦੇ ਨਾਲ ਹੀ ਖੁਸ਼ ਹੈਗਾ, ਜੋ ਮਨ ਦਾ ਆ ਰਿਹਾ ਫੁਰਨਾ ਕੇਵਲ ਉਸੇ ਤਰ੍ਹਾਂ ਜੀਵਨ। ਇਹ ਕਾਹਦਾ ਮੁੱਲਾ ਹੈ? ਠੀਕ ਹੈ, ਦਿਲੀ ਵਿਚਾਰ ਕਰਿਆ ਕਰੋ। ਹਾਂਜੀ ਨਿਜਾ ਸਾਹਿਬ, ਅਗਲੀ ਤੁਕ ਬੋਲੋ। ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਹੈ ਸੇਵ। ਕਹਿੰਦੇ ਨਾ ਤਾਂ ਪੱਥਰ ਬੋਲਦਾ ਹੈ ਭਾਈ, ਨਾ ਹੀ ਕੁਛ ਦਿੰਦਾ ਹੈ। ਤੇ ਜੋ ਕਰਮ ਕਰ ਰਿਹਾ, ਜੋ ਸਮਾਂ ਲਗਾ ਰਿਹਾ, ਜੋ ਆਪਣੀ ਐਨਰਜੀ ਲਗਾ ਰਿਹਾ ਤੂੰ ਜਿਹੜਾ ਹੈਗਾ, ਕਹਿੰਦੇ ਉਹ ਤਾਂ ਨਿਫਲ ਹੈ ਸੇਵ। ਤੇਰੀ ਸੇਵਾ ਜੋ ਪੱਥਰ ਦੀ ਕਰ ਰਿਹਾ, ਮੂਰਤੀ ਦੀ ਸੇਵਾ ਕਰ ਰਿਹਾ ਆ, ਕਹਿੰਦੇ ਨੱਕ ਰਗੜ ਰਿਹਾ ਆ ਉੱਥੇ ਉਹਦੇ ਤੋਂ ਮੰਗ ਰਿਹਾ ਆ, ਤੇ ਕਹਿੰਦੇ ਕੋਈ ਉਹਦੇ ਨਾਲ ਫਾਇਦਾ ਹੋਣਾ ਤੈਨੂੰ? ਉਹ ਤਾਂ ਤੇਰਾ ਵਿਅਰਥ ਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਮੈਂ ਏਦਾਂ ਹੀ ਕੋਈ ਪਤਨੀ ਇਤਿਹਾਸ ਦੀ ਕੋਈ ਗੱਲ ਪੜ੍ਹ ਰਿਹਾ ਸਾਂ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿਸੇ ਨੂੰ। ਕਹਿੰਦੇ ਇੱਥੇ ਇੱਕ ਮੂਰਤੀ ਸੀ, ਉਹਨੇ ਕੀ ਕੀਤਾ ਸੀ, ਬੰਦੇ ਨੇ ਮੂਰਤੀ ਨੂੰ ਉੱਤੇ ਮੈਗਨੇਟ ਲਾਈ, ਥੱਲੇ ਮੈਗਨੇਟ ਲਾਈ, ਲੋਹੇ ਦੀ ਮੂਰਤੀ ਸੀ, ਉਹ ਹਵਾ 'ਚ ਹਿਲਦੀ ਸੀ। ਬਿਲਕੁਲ ਬਿਲਕੁਲ। ਪਰ ਉੱਥੇ ਲੋਕੀ ਜਾ ਕੇ ਮੱਥੇ ਟੇਕਦੇ ਸੀ। ਉਹ ਫਿਰ ਕੋਈ ਰਾਜਾ ਆਇਆ ਮੁਸਲਮਾਨ, ਉਹਨੇ ਮਾਰੀ ਕਿਰਪਾਨ ਮੂਰਤੀ ਦੇ ਮੋਹਰਾਂ 'ਚ, ਤੇ ਮੂਰਤੀ ਡਿੱਗ ਗਈ। ਦੇਖੋ ਉਹ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਮੈਗਨੇਟ ਹੈਗੀ ਆ। ਉਹ ਲੋਕੀ ਸੋਚਦੇ ਸ਼ਕਤੀ ਦੇ ਨਾਲ ਖਲੋਤੀ ਹੈ ਨਿਜਾ ਸਾਹਿਬ। ਬਿਲਕੁਲ। ਉਹਨਾਂ ਦੇ ਕੇਰਲਾ ਦੇ ਵਿੱਚ ਮੰਦਿਰ ਨੇ, ਉਹਨਾਂ ਮੰਦਿਰਾਂ ਦੇ ਵਿੱਚ ਇੰਨਾ ਸੋਹਣਾ ਮੂਰਤੀਆਂ ਬਣੀਆਂ ਪਈਆਂ ਨੇ, ਪਰ ਉਹ ਵੇਖੋ ਪਿਆ ਲੋਕਾਂ ਦਾ। ਲੋਕੀ ਫਿਰ ਅੰਨੀ ਸ਼ਰਧਾ ਆਪੇ ਚੜਾਈ ਜਾਂਦੇ ਆ। ਪਰ ਇਹਨਾਂ ਲੋਕਾਂ ਨੇ ਬੜਾ ਲੋਕਾਂ ਨੂੰ ਠੱਗਿਆ, ਤੇ ਹਜੇ ਵੀ ਠੱਗੀ ਜਾਂਦੇ। ਹੁਣ ਉਹ ਪੈਸਾ ਜਾਂਦਾ ਕਿੱਥੇ ਆ, ਕੀ ਹੋਣ ਡਿਆ? ਕਿਤੇ ਪਬਲਿਕ ਨੂੰ ਦੱਸਿਆ, ਕਿਤੇ ਉਹਨੂੰ ਓਪਨ ਕੀਤਾ ਕਿ ਇਹ ਜਿਹੜਾ ਪੈਸਾ ਸੀ, ਇੰਨਾ ਪੈਸਾ ਇਸ ਸਾਲ ਇਕੱਠਾ ਹੋਇਆ, ਇਸ ਪੈਸੇ ਨਾਲ ਹੀ ਕੀਤਾ ਕੀ? ਅੱਜ ਤੱਕ ਤੁਹਾਨੂੰ ਕਿਸੇ ਨੂੰ ਦੱਸਿਆ ਨਹੀਂ? ਦਾਦਾ ਕੋਈ ਮੰਦਿਰ ਕੋਈ ਦੱਸਣ ਦਿਆ, ਕੋਈ ਮਸਜਿਦ ਦੱਸਣ ਦੀ ਹੈ? ਨਹੀਂ। ਪਰ ਲੋਕੀ ਬਸ ਚੜਾਈ ਜਾਂਦੇ ਆ, ਗਿਆਨ ਨਹੀਂ ਕਰਦੇ। ਪਰ ਬਾਣੀ ਕਹਿੰਦੀ ਹੈ ਕਿ ਗਿਆਨ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਤੂੰ ਦਾਨ ਨਹੀਂ ਕਰਨਾ, ਤੇ ਵਿਚਾਰ ਤੋਂ ਬਿਨਾਂ ਤੂੰ ਭਗਤੀ ਵੀ ਨਹੀਂ ਕਰਨੀ। ਬਿਲਕੁਲ ਸਹੀ ਗੱਲ। ਪਲੀਜ਼ ਸਮਝਿਆ ਕਰੋ। ਹਾਂ, ਉਹ ਕਲੀਅਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਹਾਨੂੰ ਕੋਈ ਗੁੰਮਰਾਹ ਵੀ ਕਰ ਸਕਦਾ ਹੈ। ਅਗਲੇ ਬੰਨੇ ਨਿਜਾ ਸਾਹਿਬ ਬੋਲੋ। ਕਹਿੰਦੇ ਇੱਥੇ ਤੁਕ ਬੋਲਦੇ, ਪਾਥਰ ਬੋਲੇ ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਹੈ ਸੇਵ। ਹਾਂਜੀ ਬਿਲਕੁਲ। ਕਹਿੰਦੇ ਨਾ ਪੱਥਰ ਬੋਲਦਾ ਹੈ, ਉਹ ਨਾ ਤੁਹਾਨੂੰ ਕੁਛ ਦਿੰਦਾ ਹੈ। ਕਿੱਥੇ ਦਿੰਦਾ ਪੱਥਰ? ਕੋਈ ਦਿੰਦਾ ਨਹੀਂ। ਜੇ ਕਿਸੇ ਨੂੰ ਮਿਲਿਆ ਹੋਵੇ ਤੇ ਦੱਸ ਦਿਓ, ਮੈਂ ਵੀ ਉੱਥੇ ਚੱਲ ਜਾਂਦਾ। ਕੰਮ ਕੁਮ ਕਰਦਾ ਬੰਦ, ਤੇ ਮੈਂ ਲਾਉਂਦਾ ਡੇਰਾ, ਡੇਰੇ ਜਾਊਂਗਾ, ਡੱਬੇ 'ਚ ਮੰਗ ਲਿਆ ਕਰੂੰਗਾ ਸਮਾਨ, ਤੇ ਜਦੋਂ ਮੁੱਕ ਜਾਊਗਾ ਫੇਰ ਖਾਣ 'ਚ ਉਸੇ ਲਈ ਚੱਲ ਜਾ ਕਰੂੰਗਾ ਮੰਦਿਰ 'ਚ। ਨਹੀਂ ਦਿੰਦਾ ਕੋਈ ਪੱਥਰ। ਪਰ ਇਹ ਕਹਿੰਦੇ ਦਿੰਦਾ। ਕੰਮ ਤੁਸੀਂ ਕਰੋਗੇ ਪੈਸੇ ਤੁਹਾਨੂੰ ਉਹਦੇ ਮਿਲਣੇ ਆ, ਨਹੀਂ ਕਰੋਗੇ ਤਾਂ ਕੁਛ ਵੀ ਨਹੀਂ ਮਿਲਣਾ। ਇਹ ਚੀਜ਼ ਨੂੰ ਆਪ ਸਮਝੋ। ਮੈਂ ਨਾ ਨਿਜਾ ਸਾਹਿਬ ਗੱਲ ਬੜੀ ਵਧੀਆ ਲੱਗੀ ਮੈਨੂੰ, ਚਲੋ ਇਹ ਕਥਾ ਨਾਲ ਨਹੀਂ ਜੁੜਦੀ। ਕਹਿੰਦਾ ਦੋਸਤ ਦੇ ਨੰਬਰ ਘੱਟ ਆਏ ਹੁਣ ਤੇ ਦੁੱਖ ਲੱਗਦਾ। ਤੇ ਕਹਿੰਦਾ ਦੋਸਤ ਦੇ ਨੰਬਰ ਵੱਧ ਆ ਗਏ ਹੁਣ, ਜ਼ਿਆਦਾ ਦੁੱਖ ਲੱਗਦਾ। ਬਿਲਕੁਲ ਸਹੀ ਗੱਲ ਹੈ। ਨਿਜਾ ਸਾਹਿਬ ਸੱਚ ਹੈ ਜੀ, ਬਿਲਕੁਲ ਸੱਚ ਆ। ਸੁੱਖੂ ਕਹਿਣ ਤੋਂ ਭਾਵ ਆ ਕਿ ਆਪਾਂ ਲੋਕ ਵਿਚਾਰ ਕਰਦੇ ਹਾਂ, ਤੇ ਇਹ ਅੱਛਾ ਠੀਕ ਹੈ ਜੀ। ਹੁਣ ਇੱਥੇ ਬਾਣੀ ਕੀ ਕਹਿ ਰਹੀ ਆ ਕਿ ਫੋਕਟ ਕਰਮ ਨਿਫਲ ਹੈ ਸੇਵ। ਉਹ ਕਰਮ ਜਿਹੜੇ ਨੇ ਫੋਕਟ ਨੇ, ਜੇ ਤੂੰ ਸੇਵਾ ਵੀ ਕਰ ਰਿਹਾ ਵਾ ਉਹ ਵੀ ਨਿਫਲ ਆ। ਫਲ ਦਾ ਮਤਲਬ, ਨਿਫਲ ਦਾ ਮਤਲਬ ਉਹਦੇ ਵਿੱਚ ਤੈਨੂੰ ਕੁਛ ਪ੍ਰਾਪਤ ਨਹੀਂ ਹੋਣਾ। ਕਹਿਣ ਤੋਂ ਭਾਵ ਆ ਤੂੰ ਕੋਈ ਐਸੀ ਚੀਜ਼ ਬੀਜ ਰਿਹਾ ਵਾ, ਉਹਨੂੰ ਫਲ ਨਹੀਂ ਲੱਗਣਾ, ਤੇ ਲੱਗ ਵੀ ਗਿਆ ਤਾਂ ਕਿਸੇ ਕੰਮ ਦਾ ਨਹੀਂ। ਉਹ ਸਹੀ ਹੈ ਨਿਜਾ ਸਾਹਿਬ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
ਹਾਂਜੀ ਅੱਗੇ ਚੱਲੀਏ। ਹੁਣ ਅੱਗੇ ਕਹਿ ਰਹੇ ਆ ਮਹਾਰਾਜ, ਅੱਗੇ ਦੇਖ ਲਓ ਕਿੰਨਾ ਜ਼ਬਰਦਸਤ ਸਮਝਾ ਰਹੇ ਆ ਆਪਾਂ ਨੂੰ। ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ ਕਵਨ ਫਲ ਪਾਵੈ। ਕਹਿੰਦੇ ਮ੍ਰਿਤਕ ਨੂੰ ਜਿਹੜਾ ਮਰਿਆ ਹੋਇਆ, ਜਿਹੜਾ ਜੜ ਹੈਗਾ, ਉਹਨੂੰ ਚੰਦਨ ਦੇ ਦੇ, ਤੂੰ ਚੰਦਨ ਚੜਾ ਦੇ, ਜਿੰਨਾ ਮਰਜੀ ਚੰਦਨ ਦੇ ਵਿੱਚ ਜੋ ਮਰਜੀ ਕਰਦੇ ਉਹਨੂੰ, ਉਹਦੇ ਨਾਲ ਉਹਨੂੰ ਕੋਈ ਫਾਇਦਾ ਹੋ ਜਾਊਗਾ? ਮ੍ਰਿਤਕ ਨੂੰ ਫਾਇਦਾ ਹੋ ਜਾਊਗਾ ਉਹਨੂੰ? ਉਸ ਤੇ ਕਹੋ ਕਵਨ ਫਲ ਪਾਵੈ। ਜੇ ਮ੍ਰਿਤਕ ਕੋ ਬਿਸ਼ਟਾ ਮਾਇ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਏ। ਦੱਸ ਭਾਈ, ਜੇ ਉਹਨੂੰ ਬਿਸ਼ਟਾ ਦੇ ਵਿੱਚ, ਗੰਦਗੀ ਦੇ ਵਿੱਚ ਜਾ ਕੇ ਰੋਲ ਦੇ ਮ੍ਰਿਤਕ ਨੂੰ, ਮਰੇ ਹੋਏ ਨੂੰ, ਜੜ ਨੂੰ ਗੰਦਗੀ ਦੇ ਵਿੱਚ ਰੋਲ ਦੇ, ਉਹਦੇ ਨਾਲ ਉਹਦਾ ਕੋਈ ਘਾਟਾ ਹੋ ਜਾਊਗਾ? ਉਹਦੇ ਅੰਦਰ ਤਾਂ ਜਾਨ ਹੀ ਨਹੀਂ ਹੈਗੀ, ਉਹ ਤਾਂ ਨਿਕਲ ਗਈ ਜਾਨ, ਭਵਰ ਤਾਂ ਉੱਡ ਗਿਆ। ਚਾਹੇ ਭਾਵੇਂ ਜੋ ਮਰਜ਼ੀ ਕਰਦੇ ਮੁਰਦੇ ਨੂੰ ਹੁਣ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹਾਂਜੀ ਹੁਣ ਇੱਥੇ ਆਪਾਂ ਨੂੰ ਸਮਝਾ ਦਿੰਦੇ ਹਾਂ। ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ। ਹੁਣ ਤੁਸੀਂ ਵੇਖਿਆ ਹੋ, ਜਦੋਂ ਰਾਜਾ ਮਰ ਜਾਂਦਾ ਇਹਨਾਂ ਤੇ ਬੜੀ ਚੰਦਨ ਪਾਉਂਦੇ ਸੀ, ਬੜੇ ਉਹਦੇ ਨਾਲ ਖੇਖਣ ਕਰਦੇ, ਲੋਕ ਨਾਟਕ ਕਰਦੇ ਨੇ, ਆਪਣੇ ਵੀ ਹੈਗੇ ਆ। ਬੜਾ ਦੇਸੀ ਘਿਓ ਪਾਉਣ ਕੇ ਉਹ ਜਿਉਂਦੇ ਉਹਨੂੰ ਚਾਰੇ ਨੂੰ ਕਿਤੇ ਰੋਟੀ ਨਹੀਂ ਪੁੱਛੀ। ਜਦੋਂ ਬੰਦਾ ਮਰ ਜਾਂਦਾ ਤੇ ਬੜਾ ਉਹਦੇ ਮੂੰਹ 'ਚ ਘਿਓ ਤੇ ਪਤਾ ਨਹੀਂ ਕੱਪੜੇ ਕੁਪੜੇ, ਨਾਟਕ ਬੜਾ, ਹੋਰ ਧਾਰਮਿਕ ਕਰਮ ਬੜੇ ਕਰਦੇ ਆ। ਉਹ ਉਦੋਂ ਕਰਦੇ ਆ ਜਦੋਂ ਬੰਦਾ ਮਰ ਜਾਂਦਾ, ਕਿਉਂਕਿ ਸਟੇਟਸ ਚਾਹੀਦਾ ਬੰਦੇ ਨੂੰ। ਉਹਦਾ ਵੀ ਕੀ ਫਲ ਮਿਲੂਗਾ ਦੱਸੋ ਮੈਨੂੰ? ਉਹ ਜਿਉਂਦਾ ਤੇ ਵਿਚਾਰਾ ਸੁੱਖ ਨਹੀਂ ਲਿਆ। ਨਜ਼ਰ ਸਾਹਿਬ ਬਿਲਕੁਲ ਇਹ ਪ੍ਰੈਕਟੀਕਲ ਗੱਲ ਕਰਦਾ ਮੈਂ ਤੁਹਾਡੇ ਨਾਲ। ਤੁਸੀਂ ਸਾਰੇ ਪੜ੍ਹੇ ਲਿਖੇ ਜੋ, ਸਿਆਣੇ ਜੋ। ਜੇ ਤੁਹਾਡੇ ਘਰ ਕੋਈ ਬਜ਼ੁਰਗ ਹੈਗਾ, ਉਹ ਤੁਸੀਂ ਉਹਨੂੰ ਰੋਟੀ ਤੱਕ ਨਹੀਂ ਪੁੱਛੀ, ਉਹ ਮਰ ਜੇ ਤੇ ਮੁੜ ਕੇ ਭਾਵੇਂ ਤੁਸੀਂ ਰੋਟੀ ਖਵਾ ਦਿਓ, ਉਹਦਾ ਕੋਈ ਫਾਇਦਾ ਹੈਗਾ? ਦੱਸੋ ਮੈਨੂੰ। ਉਸ ਵੇਲੇ ਤਾਂ ਪਿਓਰ ਘਿਓ ਲਿਆ ਕੇ ਮੂੰਹ 'ਚ ਪਾਉਂਦੇ ਆ, ਇੱਧਰ ਪਾਉਂਦੇ ਆ, ਉੱਧਰ ਪਾਉਂਦੇ, ਪਤਾ ਨਹੀਂ ਕੀ ਕੁਛ ਕਰਦੇ ਭਾਈ। ਪਤਾ ਨਹੀਂ ਉਹਦਾ, ਮੈਨੂੰ ਤਾਂ ਪਤਾ ਨਹੀਂ। ਮਰਨ ਤੋਂ ਬਾਅਦ ਇਹ ਹੈ ਉਹ ਹੈ, ਪਤਾ ਨਹੀਂ ਕਿੱਥੇ ਕਿੱਥੇ ਉਹਦੇ ਪੱਥਰ ਹੱਡੀਆਂ ਲਈ ਜਾਂਦੇ ਵਿਚਾਰੇ ਦੀ ਚੁੱਕ ਕੇ। ਪਰ ਉਹ ਜੇ ਉਹਨੇ ਜ਼ਿੰਦਗੀ ਨਹੀਂ ਅਨੁਭਵ ਕੀਤਾ, ਉਹ ਜਦੋਂ ਜਿੰਦਾ ਸੀ ਤੁਹਾਡੇ ਘਰ, ਉਹਨੇ ਚੀਜ਼ ਨੂੰ ਅਨੁਭਵ ਹੀ ਨਹੀਂ ਕੀਤਾ। ਉਹ ਦੁਖੀ ਸੀ, ਉਹ ਬਿਮਾਰ ਸੀ, ਤੁਸੀਂ ਉਹਨੂੰ ਕਿਤੇ ਇਲਾਜ ਨਹੀਂ ਕਰਾਇਆ, ਉਹਨੂੰ ਤੁਸੀਂ ਸਵਾਦ ਦਾ ਕੱਪੜਾ ਨਹੀਂ ਦਿੱਤਾ, ਉਹਦੀ ਜੁੱਤੀ ਨਹੀਂ ਪਵਾਈ। ਮਰਨ ਤੋਂ ਬਾਅਦ ਉਹ ਸਭ ਕਰ ਰਹੇ ਜੋ, ਤੇ ਉਹਦਾ ਕੀ ਫਾਇਦਾ ਉਹਨੂੰ? ਦੱਸੋ ਮੈਨੂੰ। ਪਰ ਪਰਮਾਤਮਾ ਕਿੱਥੋਂ ਤੁਹਾਡਾ ਉਹਨੂੰ ਐਕਸੈਪਟ ਕਰੂਗਾ? ਦੱਸੋ। ਆਪ ਉਹਨੂੰ ਬੇਵਕੂਫ ਬਣਾ ਸਕਦੇ ਜੋ ਨਿੱਜਰ ਸਾਹਿਬ? ਜਿਹੜਾ ਬ੍ਰਹਮ ਹੈਗਾ, ਆਪਾਂ ਉਹਨੂੰ ਬੇਵਕੂਫ ਬਣਾ ਸਕਦੇ ਹਾਂ? ਨਾ ਬੱਚਾ ਉਹ ਬਿਲਕੁਲ ਨਹੀਂ। ਪਰ ਆਪਾਂ ਏਦਾਂ ਕਰਦੇ ਆ ਨਾ, ਆਪਾਂ ਹੀ ਬੇਵਕੂਫ ਬਣਦੇ ਆ ਜੇ ਕਰਦੇ ਆ ਤੇ। ਤੇ ਫਿਰ ਉਹਦਾ ਫਾਇਦਾ ਕੀ? ਉਹ ਕਹਿੰਦੇ ਮੁਰਦੇ ਨੂੰ ਤੂੰ ਭਾਵੇਂ ਚੰਦਨ ਖਵਾ ਤੇ ਭਾਵੇਂ ਉਹਨੂੰ ਬਿਸਟਾ ਚਵਾਲ ਦੇ, ਉਹਨੂੰ ਕੀ ਫਰਕ ਪੈਣਾ? ਉਹ ਤੇ ਮਰ ਗਿਆ। ਹਾਂ, ਜਿਉਂਦਾ ਸੀ ਤੇ ਉਦੋਂ ਉਹ ਅਨੁਭਵ ਕਰਦਾ ਸੀ। ਨਿਜਾ ਸਾਹਿਬ ਬਿਲਕੁਲ ਸਹੀ ਗੱਲ ਆ। ਜਿੰਦਾ ਸੀ ਤੇ ਉਹ ਅਨੁਭਵ ਕਰਦਾ ਸੀ। ਹੁਣ ਤੇ ਮੇਰੇ ਮੂੰਹ ਤੇ ਚਪੇੜ ਮਾਰੋ ਤੇ ਮੈਨੂੰ ਉਹਦਾ ਵੀ ਪਤਾ ਲੱਗੂਗਾ। ਮੈਨੂੰ ਪਿਆਰ ਨਾਲ ਰੋਟੀ ਖਵਾ ਦੋਗੇ ਤੇ ਮੈਨੂੰ ਉਹਦਾ ਵੀ ਪਤਾ ਲੱਗੂ। ਮੈਂ ਏਦਾਂ ਹੈਗਾ ਵਾ। ਪਰ ਜਦੋਂ ਮੈਂ ਸਰੀਰ ਦਾ ਤਿਆਗ ਕਰ ਦੂੰਗਾ, ਫਿਰ ਜੋ ਮਰਜ਼ੀ ਕਰੀਓ, ਮੈਨੂੰ ਕੀ ਪਤਾ ਲੱਗਣਾ? ਬਿਲਕੁਲ। ਉਹਦਾ ਕੋਈ ਕੀਮਤ ਨਹੀਂ ਹੈਗੀ। ਪਰ ਲੋਕ ਏਦਾਂ ਕਰਦੇ ਨੇ। ਨਿਜਾ ਸਾਹਿਬ ਇੱਥੇ ਪਤਾ ਕਹਿਣ ਦਾ ਮਤਲਬ ਕੀ ਆ? ਇਹ ਪੰਡਿਤ ਲੋਕ ਕਹਿੰਦੇ ਸੀ ਕਿ ਤੁਹਾਡਾ ਬੁੱਢਾ ਜੀ ਉੱਥੇ ਬੈਠਾ, ਕੋਈ ਚੱਪਲਾਂ ਨਹੀਂ ਹੈਗੀਆਂ, ਕੋਈ ਕੁੜਤਾ ਨਹੀਂ ਹੈਗਾ, ਕੋਈ ਪੱਗ ਨਹੀਂ ਹੈਗੀ, ਮੰਜਾ ਨਹੀਂ ਹੈਗਾ, ਕੋਈ ਦੁੱਧ ਪੀਣਾ ਤੇ ਮੱਝ ਨਹੀਂ ਹੈਗੀ। ਏਦਾਂ ਲੋਕਾਂ ਨੇ ਨਿੱਜਰ ਸਾਹਿਬ ਤੋਂ ਕਾਰੋਬਾਰ ਬਣਾਏ ਸੀ ਬਾਬਾ। ਬਿਲਕੁਲ ਸਹੀ ਗੱਲ ਆ। ਉਹ ਕਹਿੰਦੇ ਸੀ ਜਦੋਂ ਮਰ ਗਿਆ ਤੇ ਗੱਲ ਖਤਮ ਹੋ ਗਈ। ਜਿਉਂਦੇ ਜੀ। ਹੁਣ ਮੈਨੂੰ ਇੱਕ ਭੈਣ ਫੋਨ ਕਰਦੀ ਹੈ, ਕਹਿੰਦੀ ਵੀਰ ਜੀ ਮੈਂ ਨਾਮ ਜਪਾਂਗੀ ਤੇ ਮੇਰੇ ਪਿਓ ਨੂੰ ਪਹੁੰਚ ਜੂਗੇ ਜਿਹੜੇ ਸਰੀਰ ਦਾ ਤਿਆਗ ਕਰ ਗਏ ਨੇ। ਮੈਂ ਨਹੀਂ। ਮੈਂ ਕੋਈ ਲੈਟਰ ਥੋੜੀ ਤੁਸੀਂ ਉਹਨੂੰ ਭੇਜ ਦੋਗੇ। ਮੈਂ ਉਹਨੇ ਜੋ ਕੀਤਾ ਉਹਦਾ, ਤੁਸੀਂ ਜੋ ਕਰੋਗੇ ਤੁਹਾਡਾ। ਮੈਂ ਸ਼ੁਕਰ ਕਰੋ ਤੁਸੀਂ ਆਪਣੀ ਬੇੜੀ ਸਾਂਭ ਲਓ, ਉਹਨਾਂ ਦੀ ਟੈਨਸ਼ਨ ਛੱਡ ਦੋ। ਉਹ ਤੇ ਗਏ। ਬਿਲਕੁਲ। ਮੈਂ ਏਦਾਂ ਹੁੰਦਾ ਤੇ ਗੁਰੂ ਨਾਨਕ ਪਾਤਸ਼ਾਹ ਆਪਣੇ ਮੁੰਡਿਆਂ ਨੂੰ ਦੇ ਦਿੰਦੇ, ਆਪਣੇ ਭਰਾਵਾਂ ਨੂੰ ਦੇ ਦਿੰਦੇ, ਕਿਉਂ ਦੇ ਦਿੰਦੇ? ਨਿੱਜਰ ਸਾਹਿਬ ਜਿਉਂਦੇ ਨਹੀਂ ਦੇ ਸਕਦੇ ਤੇ ਮਰਨ ਤੋਂ ਬਾਅਦ ਕਿਵੇਂ ਦੇ ਦਾਂਗੇ? ਤੇ ਫਿਰ ਤੁਸੀਂ ਤੇ ਫਿਰ ਉਹ ਤੋਂ ਵੀ ਪਾਵਰਫੁਲ ਹੋ ਗਏ ਨਿੱਜਰ ਸਾਹਿਬ। ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਾਵਰਫੁਲ ਹੋ ਗਏ। ਤੁਸੀਂ ਦੇ ਰਹੇ ਜੋ, ਦੇ ਦੋ। ਮੈਂ ਕਿਹੜੀ ਮਨਾ ਕਰਨਾ, ਪਰ ਮੈਂ ਏਦਾਂ ਦਾ ਅਰੇਂਜਮੈਂਟ ਨਹੀਂ ਹੈਗਾ। ਠੀਕ ਹੈ। ਕਹਿੰਦੇ ਵੀਰ ਜੀ ਫਿਰ ਕੀ ਬਣੂਗਾ? ਮੈਂ ਜਿਹੜਾ ਬਣਨਾ ਉਹ ਤੇ ਬਣ ਗਿਆ, ਉਹ ਤੇ ਨਿਕਲ ਗਏ ਅੱਗੇ। ਤੁਸੀਂ ਆਪਣੇ ਇਮਤਿਹਾਨ ਦਾ ਧਿਆਨ ਦਿਓ। ਉਹ ਤੇ ਉਹਨਾਂ ਦਾ ਕੰਮ ਤੇ ਹੋ ਗਿਆ, ਉਹ ਤੇ ਹੋ ਗਿਆ। ਉਹਨਾਂ ਦਾ ਪੇਪਰ ਕੰਪਲੀਟ ਹੋ ਗਿਆ, ਪੇਪਰ ਖੋਲਿਆ ਕੁਦਰਤ ਨੇ ਉਹਨਾਂ ਕੋਲ। ਉਹ ਤਾਂ ਮਾਰਕਿੰਗ, ਤੁਸੀਂ ਕੋਈ ਸਹੀ ਤਰ੍ਹਾਂ ਲਿਖ ਲਓ। ਉਹਨਾਂ ਦੀ ਤਾਂ ਮਾਰਕਿੰਗ ਵੀ ਹੋ ਗਈ ਗੋਰਖੀ ਸਾਹਿਬ, ਮਾਰਕਿੰਗ ਹੋ ਗਈ। ਮੈਂ ਉਹ ਨਹੀਂ ਉਹ ਚੇਂਜ ਕਰਨ ਦਿੰਦੇ ਬੋਰਡ ਵਾਲੇ।
ਇਹ ਹੈ ਕਿ ਅਪੀਲ ਕਰ ਸਕਦੇ ਜੋ ਕਿ ਸਾਡੇ ਨੰਬਰ ਕਿਉਂ ਘੱਟ ਆਏ ਆ, ਪਰ ਉਹ ਬਹੁਤ ਘੱਟ ਚਾਂਸ ਹੁੰਦਾ। ਠੀਕ ਹੈ, ਇੱਥੇ ਕਹਿੰਦੇ ਨੇ ਕਿ ਮ੍ਰਿਤਕ ਕਿਆ ਘਟ ਜਾਏ, ਨਾ ਤੇ ਉਹਦਾ ਵਧਣਾ ਤੇ ਨਾ ਉਹਦਾ ਘਟਣਾ। ਕਹਿਤ ਕਬੀਰ ਹਉ ਕਹੋਂ ਪੁਕਾਰ, ਕਹਿਤ ਕਬੀਰ ਹੋਂ ਕਹੋਂ ਪੁਕਾਰ। ਇਹ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ ਕਬੀਰ ਜੀ ਨੂੰ ਸੰਬੋਧਨ ਕਰਕੇ, ਬਈ ਮੈਂ ਤਾਂ ਬਈ ਬਥੇਰਾ ਪੁਕਾਰ ਪੁਕਾਰ ਕੇ ਕਹਿ ਰਿਹਾ ਹਾਂ, ਸਮਝ ਦੇਖ ਸਾਕਤ ਗਵਾਰ। ਸਮਝ ਲਾ, ਦੇਖ ਦਾ ਮਤਲਬ ਕੀ ਹੈ ਵੀ ਪ੍ਰੈਕਟੀਕਲ ਕਰ ਲਾ ਮੇਰੀ ਗੱਲ ਦਾ। ਦੇਖ ਦਾ ਮਤਲਬ ਆਇਆ ਭਾਈ ਸਮਝ ਸੋਚ ਕੇ ਪ੍ਰੈਕਟੀਕਲ ਕਰ। ਇਹ ਸਾਕਤ ਰੱਬ ਤੋਂ ਟੁੱਟੇ ਹੋਏ, ਗਵਾਰ ਨਹੀਂ ਜਿਹੜਾ ਹੈਗਾ ਗਿਆਨ ਲੈਣ ਵਾਲਾ, ਗਿਆਨ ਨਹੀਂ ਲੈਣਾ ਚਾਹੁੰਦਾ। ਦੂਜੇ ਪਾਏ ਬਹੁਤ ਕਰ ਗਾਲੇ, ਕਹਿੰਦੇ ਦੂਸਰਾ ਜਿਹੜਾ ਹੈਗਾ ਪਰਮਾਤਮਾ ਨੂੰ ਨਿਰਾਕਾਰ ਨੂੰ ਛੱਡ ਕੇ ਆਪਣੇ ਅੰਦਰ ਵੜੇ ਬਗੈਰ, ਇਹ ਆਤਮਿਕ ਯਾਤਰਾ ਕੀਤੇ ਬਗੈਰ, ਆਤਮ ਧਿਆਨ ਧਾਰੇ ਬਗੈਰ ਬਹੁਤ ਘਰ ਜਿਹੜੇ ਗਲ ਗਏ ਪਾਏ। ਬਥੇਰੀ ਦੁਨੀਆ ਐਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਆਪਣਾ ਜੀਵਨ ਮਨੁੱਖੀ ਜੂਨ ਜਿਹੜਾ ਹੈਗਾ ਅਜਾਈਂ ਗਵਾ ਕੇ ਜਾ ਰਹੀ ਆ। ਰਾਮ ਭਗਤ ਹੈ ਸਦਾ ਸੁਖਾਲੇ, ਉਹਦੀ ਨਿਰਾਕਾਰ ਦੀ ਭਗਤੀ ਕਰ। ਰਾਮ ਜਿਹੜਾ ਰਮਿਆ ਹੋਇਆ ਸਾਰਿਆਂ ਦੇ ਵਿੱਚ ਬੋਲ ਰਿਹਾ ਆ, ਤੇਰੇ ਅੰਦਰ ਵੀ ਹੈਗਾ, ਅੰਦਰ ਵੜ, ਉੱਥੇ ਤੱਕ ਆਪਣੀ ਸੁਰਤ ਲੈ ਕੇ ਜਾ, ਉਹਦੇ ਨਾਲ ਜੁੜ। ਰਾਮ ਭਗਤ ਹੈ ਸਦਾ ਸੁਖਾਲੇ, ਹਰੇਕ ਦੇ ਅੰਦਰ ਜਿਹੜੇ ਹੈਗੇ ਉਹ ਅਨਹਦ ਸ਼ਬਦ ਚੱਲ ਰਹੇ ਗੋਰਖੀ ਸਾਹਿਬ। ਬਸ ਬਾਹਰਲਾ ਸ਼ੋਰ ਬੰਦ ਕਰੀਏ ਤੇ ਉਹ ਸ਼ਬਦ ਗੁਰੂ ਦੇ ਨਾਲ ਜੁੜ ਜਾਈਏ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹਦੇ ਨਾਲ ਉਹ ਲਾਈਵ ਹੈਗਾ, ਹਮੇਸ਼ਾ ਬੋਲ ਰਿਹਾ ਹੈ। ਤਾਂ ਕਹਿ ਰਹੇ ਠਾਕੁਰ ਹਮਰਾ ਸਦ ਬੋਲਨ ਤਾਂ, ਉਹਦੇ ਨਾਲ ਆਪਾਂ ਜੁੜੀਏ ਔਰ ਸੁਖੈਨੀ ਜਿਹੜਾ ਹੈਗਾ ਇਹ ਜਿਹੜੀ ਹੈਗੀ ਜੀਵਨ ਆਪਣਾ ਮਨੁੱਖੀ ਜੂਨ ਜਿਹੜਾ ਮਿਲਿਆ ਹੋਇਆ ਸੁਨਹਿਰਾ ਚਾਂਸ, ਸੁਨਹਿਰਾ ਅਵਸਰ, ਇਹਨੂੰ ਜਿਹੜਾ ਹੈਗਾ ਆਪਾਂ ਭੁਨਾ ਲਈਏ ਭਾਈ। ਇਹੀ ਬੇਨਤੀ ਹੈਗੀ। ਬਾਕੀ ਹੋਰ ਸਾਡੀ ਜਿਹੜੀ ਹੈਗੀ ਕੋਈ ਕਿਸੇ ਨਾਲ ਕੰਟਰਾਵਰਸੀ ਨਹੀਂ ਹੈ। ਜੇ ਕਿਸੇ ਨੂੰ ਕੋਈ ਬੋਲ ਜਿਹੜਾ ਹੈਗਾ ਥੋੜ੍ਹਾ ਜਿਹਾ ਚੁੱਭਦਾ ਹੈ ਭਾਈ, ਅਸੀਂ ਤਾਂ ਕਵਾਂਗੇ ਵਧੀਆ ਆ, ਜਿਹੜਾ ਇਹਨੂੰ ਵਿਚਾਰ ਲਓ, ਤੇ ਨਹੀਂ ਤਾਂ ਭਾਈ ਸਾਡੇ ਬੋਲਿਆ ਸਾਨੂੰ ਵਾਪਸ ਦੇ ਦਿਓ, ਕੋਈ ਗੱਲ ਨਹੀਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਜੀ। ਫਿਰ ਆਖਰ ਤੇ ਦੇਖੋ ਕਹਿ ਰਹੇ ਨੇ ਕਿ ਕਹਿਤ ਕਬੀਰ ਹੋਂ ਕਹੋਂ ਪੁਕਾਰ, ਸਮਝ ਦੇਖ ਪੁਕਾਰ। ਮੈਂ ਕਹਿ ਰਿਹਾ ਹਾਂ, ਕਹਿ ਰਹੇ ਨੇ ਕਬੀਰ ਜੀ ਨੂੰ ਸੰਬੋਧਨ ਕਰਕੇ ਸਾਨੂੰ ਕਹਿ ਰਹੇ ਨੇ ਕਿ ਮੈਂ ਤੇ ਕਹਿ ਰਿਹਾ ਵੀ ਸਮਝ ਦੇਖ ਸਾਕਤ ਗਵਾ। ਆਪਾਂ ਕਈ ਵਾਰੀ ਨਿੱਜਰ ਸਾਹਿਬ ਕਹਿੰਦੇ ਆ ਨਾ ਲੋਕਾਂ ਨੂੰ, ਗੱਲ ਸਮਝਾ ਦੀ ਸਾਰੀ, ਹਾਂ ਵੀ ਸਮਝ ਲੈ। ਆਪਾਂ ਕਹਿੰਦੇ ਵੀਰੇ ਤੂੰ ਆਪ ਦੇਖ ਲੈ। ਹਾਂ, ਦੇਖ ਲੈ ਮਤਲਬ ਕਿ ਮੈਂ ਤੈਨੂੰ ਆ ਵੀ ਸੱਜਾ ਵੀ ਦੱਸਦਾ, ਖੱਬਾ ਦੱਸਦਾ, ਅੱਗੇ ਦੱਸਦਾ, ਪਿੱਛੇ ਦੱਸਦਾ, ਹੁਣ ਤੂੰ ਕਰਨਾ ਕੀ, ਤੂੰ ਆਪ ਦੇ। ਕਿਉਂਕਿ ਵੀਰ ਜੀ ਗੱਲ ਆਪਾਂ ਤਾਂ ਦੱਸ ਸਕਦੇ ਹਾਂ ਨਾ, ਮਹਾਰਾਜ ਤਾਂ ਦੱਸ ਸਕਦੇ ਆ। ਇਹਦੇ ਗੱਲ ਤਾਂ ਆਪਸ਼ਨ ਤਾਂ ਜਿਹੜਾ ਹੈਗਾ ਇਹ ਕਰਨਾ ਤਾਂ ਉਹਨੇ ਆ ਨਾ, ਜੇ ਕਰਨ ਵਾਲਾ ਤਾਂ ਦੂਸਰਾ ਹੈ ਨਾ ਭਾਈ, ਉਹਨੇ ਕਰਨਾ ਹੈ, ਉਹਦਾ ਜੀਵਨ ਹੈਗਾ, ਉਹਦੀ ਮਰਜ਼ੀ ਹੈ, ਕਰੇ ਨਾ ਕਰੇ, ਬਸ ਇੱਥੇ ਗੱਲ ਆ। ਹਾਂ, ਉਹ ਸਾਨੂੰ ਇਹ ਕਹਿੰਦੇ ਕਿ ਵੀ ਤੁਹਾਨੂੰ ਮੈਂ ਸਮਝਾ ਦਿੱਤਾ ਜੀ ਬਈ ਪੁਕਾਰ ਦਾ ਮਤਲਬ ਕਹਿ ਕੇ ਪੁਕਾਰਿਆ, ਬਾਰ-ਬਾਰ ਕਹਿ ਕੇ ਸਮਝਾਇਆ ਹੈ। ਫਿਰ ਕਹਿੰਦੇ ਵੀ ਤੁਸੀਂ ਦੇਖ ਲਓ, ਤੁਹਾਡੀ ਮਰਜ਼ੀ ਹੈ। ਪਰ ਉਹ ਕਹਿੰਦੇ ਆ ਕਿ ਸਮਝ ਦੇਖ ਸਾਕਤ ਗਵਾਰ। ਪਰ ਕਹਿੰਦੇ ਆ ਕਿ ਜ਼ਿਆਦਾ ਲੋਕ ਨਹੀਂ ਸਮਝ ਪਾਉਣ, ਗਵਾਰ ਨੇ ਜਿਆਦੀ ਭੀੜ ਨੇ ਜਸਮ ਵੀ ਕਿਤੇ। ਬਿਲਕੁਲ ਬਿਲਕੁਲ ਸਹੀ ਗੱਲ ਆ। ਉਹ ਕਿਸੇ ਨੇ ਖੋਤੇ ਹੋ ਘਿਓ ਪਿਆ ਤਾਂ ਤੇ ਖੋਤਾ ਕੋ ਰੌਲਾ ਪਾਈ ਜਾਵੇ, ਉਹ ਬਈ ਮੇਰੇ ਕੰਨ ਮਰੋੜ ਤੇ। ਇੱਕ ਬੰਨੇ ਘਿਓ ਪਿਆ, ਪਹਿਲੀ ਗੱਲ ਤੈਨੂੰ ਕਿਉਂ ਘਿਓ ਪਿਆਊਗਾ, ਤੈਨੂੰ ਤੇ ਕਿਸੇ ਨੇ ਪੱਠੇ ਨਹੀਂ ਪਾਉਣੇ। ਔਰ ਇੱਕ ਹੋਰ ਕੋ ਕੰਪਲੇਂਟ ਕਰਨ ਦੇ। ਹਾਂਜੀ, ਇੱਕ ਹੋਰ ਗੱਲ ਹੈ ਗੁਰਕੀ ਸਾਹਿਬ, ਇਹ ਜਿਹੜਾ ਨਾ ਅਸੀਂ ਇਹ ਨਾ ਸਮਝੀਏ ਕਿ ਅਸੀਂ ਜਿਹੜੇ ਹੈਗੇ ਇਹ ਜਿਹੜੇ ਮਹਾਰਾਜ ਜਿਹੜੇ ਹੈਗੇ ਕੋਈ ਪੱਥਰ ਦੀ ਗੱਲ ਕਰ ਰਹੇ ਜਾਂ ਮ੍ਰਿਤਕ ਦੀ ਗੱਲ ਕਰ ਰਹੇ ਜਾਂ ਕੁਛ ਕਰ ਰਹੇ। ਮਹਾਰਾਜ ਸਿਰਫ ਦੱਸਣਾ ਚਾਹੁੰਦੇ ਆ, ਇਹ ਤਾਂ ਐਗਜ਼ਾਮਪਲ ਆ ਸਾਰੇ, ਕਿਸੇ ਦੇ ਧਰਮ ਤੇ ਕੋਈ ਅਟੈਕ ਨਹੀਂ ਹੈਗਾ, ਸਿਰਫ ਐਗਜ਼ਾਮਪਲ ਹੈਗੀ ਬਈ ਆਪਾਂ ਆਪਣੇ ਅੰਦਰ ਮਾਲਕ ਹੈਗਾ, ਉਹ ਲਾਈਵ ਹੈਗਾ, ਉਹਦੇ ਨਾਲ ਉਹਦੀ ਭਗਤੀ ਕਰਨੀ ਆ, ਉਹਦੇ ਨਾਲ ਜੁੜਨਾ ਹੈ। ਔਰ ਪਹਿਲੇ ਦਿਨ ਤੋਂ ਜਿਹੜਾ ਹੈਗਾ ਆਪਾਂ ਨੂੰ ਜੇ ਜੁੜਾਂਗੇ, ਜੇ ਉਹਦੀ ਭਗਤੀ ਕਰਾਂਗੇ, ਉਹਦਾ ਧਿਆਨ ਧਰਾਂਗੇ, ਤੇ ਪਹਿਲੇ ਦਿਨ ਤੋਂ ਫਾਇਦਾ ਹੋਏਗਾ। ਆਹ ਗੱਲ, ਆਹ ਮੈਸੇਜ ਹੈਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਨੇ ਗ੍ਰੰਥਾਂ ਦੇ ਵਿੱਚ ਨਾ, ਜਿੰਨੇ ਵੀ ਆਪ ਗ੍ਰੰਥ ਪੜ੍ਹੋਗੇ ਨਾ, ਆਪ ਨੂੰ ਕੇਵਲ ਇੱਕ ਚੀਜ਼ ਦਾ ਹੀ ਉਹਦੇ ਵਿੱਚ ਜ਼ਿਆਦਾ ਜ਼ਿਕਰ ਮਿਲਣਾ ਹੈ। ਉਹ ਕਹਿੰਦੇ ਆ ਕਿ
ਜਿਹੜੇ ਸ਼ੰਕਰਾਚਾਰੀਆ ਹੋਏ ਨੇ, ਇੱਕ ਸੰਤ ਹੋਏ ਨੇ, ਹਾਂਜੀ ਹਾਂਜੀ, ਉਹ ਕਹਿੰਦਾ ਕਿ ਬ੍ਰਹਮ ਕੀ ਹੈ ਮੈਂ ਇਹ ਨਹੀਂ ਦੱਸ ਸਕਦਾ, ਹਾਂ ਕੀ ਬ੍ਰਹਮ ਨਹੀਂ ਹੈ ਮੈਂ ਉਹ ਦੱਸ ਸਕਦਾ। ਬਹੁਤ ਵਧੀਆ, ਬਹੁਤ ਵਧੀਆ। ਦੇਖੋ ਨੁਕਤੇ ਦੀ ਗੱਲ, ਫਿਰ ਉਹ ਕਹਿੰਦੇ ਆ ਬ੍ਰਹਮ ਕੀ ਆ ਉਹਦੇ ਬਾਰੇ ਮੈਂ ਬਿਲਕੁਲ ਨਹੀਂ ਦੱਸ ਸਕਦਾ, ਕਿਉਂਕਿ ਅਨੁਭਵ ਦਾ ਵਿਸ਼ਾ, ਕਹਿਣ ਦਾ ਤਾਂ ਵਿਸ਼ਾ ਹੀ ਕੋਈ ਨਹੀਂ। ਹਾਂ ਬ੍ਰਹਮ ਕੀ ਨਹੀਂ ਆ, ਕੀ ਨਹੀਂ ਆ ਉਹ ਮੈਂ ਦੱਸ ਦੂੰ। ਫਿਰ ਲਿਸਟ ਬਣਾਤੀ ਉਹਨਾਂ ਨੇ, ਬਿਲਕੁਲ। ਫਿਰ ਆਪਣੀ ਬਾਣੀ ਚ ਵੀ ਆਇਆ, ਸੂਰਜ ਵੀ ਨਹੀਂ ਹੈਗਾ, ਚੰਦਰਮਾ ਉਹ ਨਹੀਂ ਹੈ, ਧਰਤੀ ਉਹ ਨਹੀਂ ਹੈ, ਪਾਣੀ ਉਹ ਨਹੀਂ ਹੈ, ਹਵਾ ਉਹ ਨਹੀਂ ਹੈ, ਆਕਾਸ਼ ਉਹ ਨਹੀਂ ਹੈ। ਉਹ ਕਿਉਂਕਿ ਸਭ ਜੜ ਚ ਹੈ ਨਾ, ਬੰਦਾ ਲਿਮਿਟਡ ਹੈ। ਬੰਦਾ ਉਹ ਨਹੀਂ ਹੈ, ਤੀਵੀਂ ਉਹ ਨਹੀਂ ਆ। ਹੁਣ ਮੈਨੂੰ ਪਤਾ ਨਹੀਂ ਕਿਹੜਾ ਕਹਿੰਦੇ ਅਸੀਂ ਇੱਕ ਦਿਨ, ਹੁਣ ਤੁਸੀਂ ਕਹੋਗੇ ਕਿ ਆਕਾਸ਼ ਕਿੱਦਾਂ ਨਹੀਂ ਹੈ, ਹੁਣ ਪਤਾ ਨਹੀਂ ਕਿਹੜੇ ਨਿਊਟ੍ਰੀਨ ਹੈ, ਇਲੈਕਟ੍ਰੋਨ ਹੈ, ਪਤਾ ਨਹੀਂ ਕਿਹੜਾ ਹੈਗਾ, ਉਹਦੇ ਅੰਦਰ ਆਕਾਸ਼ ਨਹੀਂ ਹੈਗਾ। ਮੇਜਰ ਸਾਹਿਬ ਇਹਨਾਂ ਤਿੰਨਾਂ ਚੋਂ ਪਤਾ ਨਹੀਂ ਕਿਹੜਾ ਹੈਗਾ, ਪਤਾ ਨਹੀਂ ਨਿਊਕਲੀਅਰ ਹੈ, ਪਤਾ ਨਹੀਂ ਕਿਹੜਾ ਵਾ, ਉਹਦੇ ਅੰਦਰ ਕਹਿੰਦੇ ਆਕਾਸ਼ ਤੱਤ ਨਹੀਂ ਹੈਗਾ। ਮੇਜਰ ਸਾਹਿਬ ਸਪੇਸ ਨਹੀਂ ਹੈਗੀ, ਮਤਲਬ ਕਹਿਣ ਦਾ ਸਪੇਸ, ਆਕਾਸ਼ ਮਤਲਬ ਸਪੇਸ, ਅੰਦਰ ਹਾਂ ਸਪੇਸ ਨਹੀਂ ਹੈਗੀ, ਉਹਦੇ ਖਾਲੀ ਜਗ੍ਹਾ ਨਹੀਂ ਹੈਗੀ। ਤੋਂ ਕਹਿਣ ਤੋਂ ਭਾਵ ਆ ਕਿ ਬਾਣੀ ਚ ਪਹਿਲਾਂ ਵੀ ਕਹਿਤਾ, ਆਪਾਂ ਸਮਝਾ ਕੇ ਗਏ। ਅੱਛਾ ਠੀਕ ਹੈ ਜੀ ਸਾਧ ਸੰਗਤ ਜੀ, ਲਾਸਟ ਤੇ ਗੱਲ ਆਪਾਂ ਫਿਰ ਹੁਣ ਹੋ ਗਈ ਨਾ ਅੱਜ ਦੀ ਸਮਾਪਤੀ ਨਿਜਰ ਸਾਹਿਬ? ਹਾਂਜੀ ਬਿਲਕੁਲ ਹੋ ਗਈ ਜੀ। ਹਾਂ ਠੀਕ ਹੈ ਜੀ। ਆਪਾਂ ਨੂੰ ਕੀ ਸਮਝਾ ਰਹੇ ਨੇ ਗੁਰੂ ਅਰਜਨ ਦੇਵ ਜੀ? ਪਲੀਜ਼ ਜੜ ਚ ਨਾ ਜਾਓ ਕਿਸੇ ਮੂਰਤੀ ਦੀ, ਕਿਸੇ ਬਾਬੇ ਦੀ। ਐਵੇਂ ਲੋਕੀ ਕਹੀ ਜਾਂਦੇ, ਭਰਮ ਪਾਈ ਜਾਂਦੇ, ਸਾਡੇ ਬਾਬੇ ਦੀ ਫੋਟੋ ਅੱਖਾਂ ਦੇ ਘੜੀ ਧਿਆਨ ਕਰੋ। ਇਦਾਂ ਦਾ ਕੋਈ ਵਿਸ਼ਾ ਨਹੀਂ ਹੈ। ਆਪਣੇ ਆਪ ਨੂੰ ਕਾਹਨੂੰ ਧੋਖਾ ਦੇ ਰਹੇ ਹਾਂ? ਕਿਉਂ ਡਰਦੇ ਪਏ ਆਪਾਂ? ਬਾਣੀ ਆਪਣੇ ਨਾਲ ਸਪੋਰਟ ਕਰ ਰਹੀ ਹੈ, ਬਾਣੀ ਸਾਨੂੰ ਸਮਝਾ ਰਹੀ। ਉਹ ਕਹਿੰਦੇ ਆ ਕਿ ਬਾਣੀ ਕਹੇ ਤੇ ਸੇਵਕ ਜਨ ਮਾਣੇ ਤੇ ਪ੍ਰਤੱਖ ਗੁਰ ਨਸਤਾਰੇ। ਤੁਸੀਂ ਪ੍ਰਤੱਖ ਉਹਨੂੰ ਮੰਨ ਲਓਗੇ, ਦੇਖ ਲਓਗੇ, ਗੱਲਾਂ ਨਹੀਂ। ਉਹ ਕਹਿੰਦੇ ਜਿਉਂਦਾ ਹੈ ਰੱਬ ਸਾਡਾ, ਕੋਈ ਜੜ ਜੁੜ ਨਹੀਂ ਹੈਗਾ, ਜਿਉਂਦਾ ਹੈ ਪਰਮਾਤਮਾ। ਜੇ ਪਰਮਾਤਮਾ ਦੀ ਗੱਲ ਹੋਈ ਹੈ, ਔਰ ਜਿੰਨਾ ਚਿਰ ਤੱਕ ਕੋਈ ਮਨੁੱਖ ਜਿੰਦਾ ਪਰਮਾਤਮਾ ਕੋ ਨਹੀਂ ਜਾਂਦਾ, ਉਹਨਾਂ ਚਿਰ ਤੱਕ ਮਿਟੇ ਨਾ ਕਰਮ ਕੀ ਕਾਈ। ਇਹ ਪਰਮ ਦੀ ਕਾਇਆ ਕਈ ਖਤਮ ਨਹੀਂ ਹੋਈ। ਔਰ ਇਹਦਾ ਇੱਕ ਹੋਰ ਤਰੀਕਾ ਜੀ, ਅੱਜ ਤੱਕ ਕੋਈ ਪਰਮਾਤਮਾ ਦੇ ਵਿੱਚ ਕਿਸੇ ਦੂਜੇ ਨੂੰ ਨਹੀਂ ਲੈ ਕੇ ਜਾ ਸਕਦਾ। ਉੱਥੇ ਤੁਹਾਨੂੰ ਇਕੱਲੇ ਨੂੰ ਜਾਣਾ ਪਊਗਾ, ਉਹ ਵੀ ਬਿਲਕੁਲ ਨੰਗੇ ਹੋ। ਕੁਛ ਨਹੀਂ ਬਣਨਾ, ਨਾ ਚਰਨਜੀਤ ਬਣਨਾ, ਨਿਜਰ ਸਾਹਿਬ ਬਣਨਾ, ਨਾ ਕੁਛ। ਤੁਸੀਂ ਆਪਣੇ ਅਸਲੀ ਰੂਪ ਦੇ ਸਾਹਮਣੇ ਚੱਲ ਜਾਓਗੇ, ਉਹ ਦਰਸ਼ਨ ਦੇ ਦਿੰਦਾ। ਜਦੋਂ ਆਪਾਂ ਨਿਰਵਿਚਾਰ ਹੁੰਦੇ ਆ, ਉਹ ਸਾਡਾ ਰੂਪ ਹੈ, ਅਸਲੀ ਰੂਪ, ਚੇਤਨਾ। ਭਰਮ ਦੇ ਵਸ ਚ ਕੀ ਹੈ? ਅਸੀਂ ਇੱਧਰ ਉੱਧਰ ਭਟਕ ਰਹੇ, ਹੋਰ ਕੁਛ ਵੀ ਨਹੀਂ। ਨਾ ਵੀ ਜਾਵਾਂਗੇ, ਬ੍ਰਹਮ ਨੂੰ ਕੋਈ ਨਹੀਂ ਫਰਕ ਪੈਂਦਾ। ਇਹ ਸਾਨੂੰ ਫਰਕ ਪੈਂਦਾ। ਤੁਸੀਂ ਘੁੰਮਣਾ ਚਾਹੋ ਤੇ ਜਿੰਨਾ ਮਰਜ਼ੀ ਘੁੰਮੀ ਜਾਓ, ਕੋਈ ਫਰਕ ਨਹੀਂ ਪੈਂਦਾ। ਪਰ ਇੱਥੇ ਇੱਕ ਚੀਜ਼ ਨੂੰ ਆਪ ਸਮਝੋ ਪਲੀਜ਼, ਇਸ ਜੀਵਨ ਨੂੰ ਬੜੇ ਸੁਥਰੇ ਤਰੀਕੇ ਨਾਲ ਚਲਾਓ, ਨਾ ਸੱਜੇ ਨਾ ਖੱਬੇ। ਇੱਕ ਜਿਹੜਾ ਸਹਿਜ ਮਾਰਗ ਜੇ ਚੱਲਣਾ, ਭਗਤੀ ਕਰੀ ਜਾਓ ਤੇ ਗੜਬੜ ਕਰਨ ਤੋਂ ਆਪਣੇ ਆਪ ਨੂੰ ਰੋਕ ਲਓ। ਕਿਉਂਕਿ ਤੁਹਾਡੇ ਵਿਚਾਰਾਂ ਨੇ ਤੁਹਾਡੇ ਕਰਮ ਬਣ ਜਾਣਾ ਹੈ, ਤੇ ਤੁਹਾਡੇ ਕਰਮਾਂ ਨੇ ਤੁਹਾਡੇ ਸੰਸਕਾਰ ਬਣ ਜਾਣਾ ਹੈ, ਤੇ ਤੁਹਾਡੇ ਸੰਸਕਾਰਾਂ ਨੇ ਤੁਹਾਨੂੰ ਅਗਲੇ ਜਨਮ ਚ ਖਿੱਚ ਕੇ ਲੈ ਜਾਣਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਹਦੇ ਚ ਦੋ ਰਿਹਾ ਨਹੀਂ। ਤੁਸੀਂ ਜੋ ਵੀ ਕੁਝ ਕੀਤਾ, ਨਾ ਘਰ ਬਣਾਇਆ, ਜਨਾਨੀ ਨਾਲ ਵਿਆਹ ਕੀਤਾ, ਬੱਚੇ ਪੈਦਾ ਕੀਤੇ, ਨੌਕਰੀ ਕੀਤੀ, ਪਹਿਲਾਂ ਤੁਹਾਡੇ ਮਨ ਚ ਵਿਚਾਰ ਆਇਆ ਸੀ ਉਹਦਾ, ਬਾਅਦ ਚ ਤੁਸੀਂ ਉਹਨੂੰ ਕੀਤਾ। ਨਿਜਰ ਸਾਹਿਬ ਸਹੀ ਹੈ ਨਾ? ਬਿਲਕੁਲ। ਇਹ ਚ ਦੋ ਰਿਹਾ ਨਹੀਂ। ਤੁਸੀਂ ਕੁਛ ਵੀ ਕੀਤਾ, ਜੋ ਵੀ ਕੀਤਾ ਉਹਦੇ ਮਗਰ ਤੁਹਾਡੀ, ਉਹਦੇ ਪਿੱਛੇ ਆਖਰ ਤੇ ਪਹੁੰਚੋਗੇ ਤੇ ਉਹਦੇ ਪਿੱਛੇ ਵਿਚਾਰ ਸੀ। ਵਿਚਾਰ ਤੁਹਾਡੇ ਹਰ ਇੱਕ ਕਰਮ ਦਾ ਮੂਲ ਹੈਗਾ, ਔਰ ਉੱਥੇ ਕੁਝ ਕੀਤਾ ਜਾ ਸਕਦਾ ਹੈ। ਵਿਚਾਰ ਮੰਡਲ ਦੇ ਵਿੱਚ ਹੀ ਕੁਝ ਕੀਤਾ ਜਾ ਸਕਦਾ। ਬਾਹਰ ਤੇ ਉਹ ਤੇ ਗੋਲੀ ਚੜ ਗਈ ਆ, ਗੋਲੀ ਮੈਗਜ਼ੀਨ ਚ ਪੈ ਗਈ, ਮੈਗਜ਼ੀਨ ਚ ਉਹ ਟ੍ਰਿਗਰ ਨਾ ਪਤਾ, ਉਹ ਚੈਂਬਰ ਚ ਗੋਲੀ ਆ ਗਈ ਔਰ ਬਾਹਰ ਨਿਕਲ ਗਈ। ਆਪਾਂ ਗੋਲੀ ਨੂੰ ਨਾ ਕੁਛ ਕਹੀਏ, ਆਪਾਂ
ਜਿਹੜੀ ਮੈਗਜ਼ੀਨ ਦੇ ਵਿੱਚ ਗੋਲੀ ਜਦੋਂ ਲੋਡ ਕੀਤੀ ਸੀ ਨਾ, ਉਦੋਂ ਕੁਝ ਕੀਤਾ ਜਾ ਸਕਦਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਉਹ ਤੁਹਾਡੇ ਵਿਚਾਰ ਨੇ, ਉੱਥੇ ਲੋਡ ਨਾ ਕਰੋ, ਉਹਨੂੰ ਮੈਗਜ਼ੀਨ ਨੂੰ ਖਾਲੀ ਕਰ, ਫਿਰ ਕੋਈ ਗੋਲੀ ਚੱਲਣੀ ਨਹੀਂ। ਜਦ ਤੱਕ ਆਪਾਂ ਗੋਲੀਆਂ ਲੋਡ ਕਰਦੇ ਰਵਾਂਗੇ, ਗੋਲੀਆਂ ਚੱਲਦੀਆਂ ਰਹਿਣਗੀਆਂ। ਔਰ ਗੋਲੀ ਜਦੋਂ ਚੈਂਬਰ ਚੋਂ ਬਾਹਰ ਆਉਂਦੀ ਹੈ, ਰਾਈਫਲ ਚੋਂ ਬਾਹਰ ਆਉਂਦੀ, ਸਾਨੂੰ ਦਿਖਦੀ ਉਦੋਂ। ਆਪਾਂ ਕਰਮ ਕਰਦੇ ਨਹੀਂ ਆ, ਕਰਮ ਤੋਂ ਪਹਿਲਾਂ ਆਪਾਂ ਵਿਚਾਰ ਕੀਤਾ ਹੈ। ਤੁਸੀਂ ਦੇਖੋ, ਕਿਸੇ ਵੀ ਕੰਮ ਕਰਨ ਦੇ ਪਿੱਛੇ ਚਿੰਤਨ ਹੁੰਦਾ ਹੈ। ਉਸ ਚਿੰਤਨ ਦਾ ਜਿਹੜਾ ਫਰੂਟ ਜਿਹੜਾ ਉਹ ਕਰਮ ਹੈ। ਤੇ ਕਰਮ ਨੂੰ, ਕਰਨ ਤੋਂ ਪਹਿਲਾਂ ਹੀ ਵਿਚਾਰ ਨੂੰ ਜੇਕਰ ਆਪਾਂ ਸਟਾਪ ਕਰ ਦਿੰਦੇ ਹਾਂ ਨਾ, ਤੇ ਕਰਮ ਨਹੀਂ ਹੁੰਦਾ। ਮਾੜਾ ਕਰਮ ਵੀ ਨਹੀਂ ਹੁੰਦਾ। ਤੁਸੀਂ ਮਾੜਾ ਕਰਮ ਸੋਚਦੇ ਹੋ ਨਾ ਕਿ ਮੇਰੇ ਕੋਲ ਮਾੜਾ ਕਰਮ ਮੇਰੇ ਕੋਲ ਨਾ ਹੋਵੇ, ਤੁਸੀਂ ਉਹਨੂੰ ਕਰਮ, ਉਹਨੂੰ ਵਿਚਾਰ ਮੰਡਲ 'ਚ ਹੀ ਰੋਕ ਦਿਓ, ਡਿਸਟਰੋਏ ਕਰ ਦਿਓ ਉਹਨੂੰ। ਔਰ ਉਹਨੂੰ ਖਤਮ ਕਰਨ ਦਾ ਤਰੀਕਾ ਇੱਕੋ ਹੀ ਹੈ ਕਿ ਤੁਹਾਡਾ ਮਨ ਤੇ ਕੰਟਰੋਲ ਹੋਵੇ। ਮਨ ਤੇ ਕੰਟਰੋਲ ਮਤਲਬ ਤੁਹਾਡੀ ਚਿੱਤ ਦੇ ਵਿੱਚ ਤਰੰਗ ਨਾ ਪੈਦਾ ਹੋਵੇ। ਜੇ ਤਰੰਗ ਪੈਦਾ ਹੋਵੇ, ਛੋਟੇ ਲੈਵਲ ਤੋਂ ਹੋਵੇ, ਤੇ ਉਹਨੂੰ ਉੱਥੇ ਖਤਮ ਕਰ ਦਿਓ। ਛੋਟੀ ਬਿਮਾਰੀ ਪੈਦਾ ਹੋਵੇ ਨਾ, ਆਪਾਂ ਉਹਦੀ ਥੋੜੀ ਬਹੁਤੀ ਟ੍ਰੀਟਮੈਂਟ ਕਰਾਈਏ ਤੇ ਬਿਮਾਰੀ ਹੁੰਦੀ ਆ ਖਤਮ। ਪਰ ਜਦੋਂ ਆਪਾਂ ਬਿਮਾਰੀ ਨੂੰ ਇਗਨੋਰ ਕਰਦੇ ਹਾਂ, ਔਰ ਇੱਕ ਸਮਾਂ ਆਉਂਦਾ ਬਹੁਤ ਵੱਡੀ ਬਿਮਾਰੀ ਹੋ ਜਾਂਦੀ ਹੈ, ਫਿਰ ਉੱਤੇ ਕੰਟਰੋਲ ਕਰਨਾ ਬੜਾ ਔਖਾ ਹੁੰਦਾ। ਵਿਜੇ ਸਾਹਿਬ ਸਹੀ ਹੈ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਪਹਿਲਾਂ ਛੋਟਾ ਜਿਹਾ ਤੁਹਾਡੇ ਅੰਦਰ ਇੱਕ ਮਾੜਾ ਕਰਮ ਆਊਗਾ, ਵਿਚਾਰ, ਉਹਨੂੰ ਉੱਥੇ ਰੋਕ ਦਿਓ ਤੇ ਉਹਨੂੰ ਖਤਮ ਕਰ। ਉਹਨੂੰ ਖਤਮ ਕਰਨ ਦਾ ਤਰੀਕਾ ਕੀ ਹੈਗਾ? ਤੁਸੀਂ ਦੇਖੋਗੇ ਮੈਂ ਪ੍ਰਮਾਤਮਾ ਤੋਂ ਬੇਮੁਖ ਨਹੀਂ ਹੋਣਾ, ਮੈਂ ਉਹਦੇ ਵੱਲ ਜਾਣਾ। ਪਰ ਮੈਨੂੰ ਕੀ ਲੋੜ ਪਈ ਹੈ ਇੱਧਰ ਉੱਧਰ ਛੋਟੀ ਮੋਟੀਆਂ ਚੀਜ਼ਾਂ ਦੀ ਪਰਵਾਹ ਕਰਨ ਦੀ, ਜਿੱਥੇ ਇੰਨਾ ਸੰਸਾਰ ਚੱਲਣ ਦਿਆ ਵਾ, ਇੱਥੇ ਧਰਤੀਆਂ ਧੁਰਤੀਆਂ ਚੁੱਕ ਕੇ ਬੈਠਾ ਹੈ, ਔਰ ਮੇਰੀ ਰੋਟੀ ਦਾ ਉਹਨੂੰ ਫਿਕਰ ਨਹੀਂ ਹੈ। ਇਹ ਵਿਚਾਰ ਹੀ ਤਾਂ ਗੁਰਕੀ ਦਾ ਵਿਚਾਰ, ਹਾਂਜੀ ਬਿਲਕੁਲ। ਵਿਚਾਰ ਜਿਹੜੇ ਹੈਗੇ, ਇਹੀ ਤਾਂ ਦੁੱਖ ਰੋਗ ਦਾ ਜਿਹੜਾ ਹੈਗਾ, ਇਹੀ ਤਾਂ ਜਿਹੜਾ ਆਪਣੇ ਅੰਦਰ ਡੇਰਾ ਹੈਗਾ। ਦੁੱਖ ਰੋਗ, ਦੁੱਖ ਸੋਗ ਕਾ ਡੇਰਾ, ਦੁੱਖ ਸੋਗ ਕਾ ਢਾਇਆ ਡੇਰਾ, ਆਨੰਦ ਮੰਗਲ ਵਿਸਰਾਮਾ। ਇਹ ਵਿਚਾਰ ਹੀ ਤਾਂ ਹੈਗਾ ਢੇਰਾ, ਦੁੱਖ ਰੋਗ ਦਾ ਢੇਰਾ ਹੈਗਾ। ਇਹੀ ਤਾਂ ਦੁੱਖ ਦੇ ਰਿਹਾ। ਇਹਨਾਂ ਵਿਚਾਰਾਂ ਦੇ ਉੱਤੇ ਸਾਰੀ ਭਗਤੀ ਵਿਚਾਰਾਂ ਦੇ ਰੋਕਣ ਦੀ ਤਾਂ ਭਗਤੀ ਹੈਗੀ, ਹੋਰ ਭਗਤੀ ਕਿਹੜੀ ਹੈਗੀ? ਹਾਂਜੀ ਵੀਰ ਜੀ। ਬਸ ਵਿਚਾਰ ਖਤਮ। ਦੇਖੋ, ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਦੀ ਤੁਕ ਆਉਂਦੀ, ਮੈਨੂੰ ਅਜੇ ਵੀ ਉਹ ਗੁਰਮੀਤ ਦੀ ਗੱਲ ਚੇਤੇ ਆਉਂਦੀ, ਬੜੀ ਲੰਬੀ, ਕਹਿੰਦੀ ਵਿਚਾਰ ਮਰੇ। ਹਾਂ, ਤੇ ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਤੁਕ 'ਚ ਸਮਝਾਇਆ। ਹਾਂ, ਇੱਥੇ ਕਹੋ ਲੋਕਾਂ ਨੂੰ ਇਹ ਤੁਕ ਕੀ ਕਹਿੰਦੀ ਆ, ਉਹ ਕਹਿੰਦੇ ਪਤਾ ਹੀ ਕੁਛ ਨਹੀਂ, ਕਿੱਦਾਂ ਮਾਰੀਏ। ਉਹ ਕਹਿੰਦੇ, ਫਿਰ ਉਹਨੂੰ ਪੁੱਛੋ ਵੀ ਤੂੰ ਮਾਰੀ? ਉਹ ਕਹਿੰਦਾ ਮੈਂ ਤੇ ਮਾਰੀ ਨਹੀਂ। ਵੀਰ ਜੀ ਮੈਨੂੰ, ਹਾਂਜੀ ਹਾਂਜੀ ਰੇਸ਼ਮ, ਰਾਖਣ ਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਜਨ। ਰਾਖਣ ਹਾਰ ਸਮਾਰ ਮਨ ਵਿਚਾਰ ਜਨ, ਸਗਲੇ ਛੋੜ ਵਿਚਾਰ ਮਨਾ। ਹਾਂਜੀ ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਹੋ ਜਾਂਦੀ ਜੀ। ਬਿਲਕੁਲ ਸਹੀ ਹੈ ਜੀ ਗੁਰਕੀ ਸਾਹਿਬ, ਬਹੁਤ ਵਧੀਆ। ਕੋਈ ਸੇਧ ਵੀ ਲੈ ਲਿਓ, ਐਵੇਂ ਪੜ੍ਹ ਕੇ ਫੀਲਿੰਗ ਨਾ ਲਈ ਜਾਇਓ। ਵਿਟਾਮਿਨ, ਪ੍ਰੋਟੀਨ, ਉਹ ਮੇਰੇ ਅੱਗੇ ਲਿਸਟ ਕੱਢ ਲੈਂਦਾ ਰੋਜ਼ ਦੀ ਫੋਟੋਆਂ, ਐਪਲ, ਸੇਬ, ਉਹ ਸੇਬ ਦੇ ਵਿੱਚ ਫਲਾਨਾ ਹੈਗਾ, ਐਪਲ 'ਚ ਆ, ਤੇ ਏਦਾਂ ਦੇ ਵਿਟਾਮਿਨ ਹੈਗੇ ਆ। ਪਰ ਉਹ ਖਾਵਾਂਗੇ ਤਾਂ ਅਸਰ ਕਰਨਾ ਉਹਨਾਂ ਨੇ। ਕੇਵਲ ਕਿਤਾਬਾਂ ਪੜ੍ਹ ਕੇ ਵਿਟਾਮਿਨ, ਪ੍ਰੋਟੀਨ ਪੜ੍ਹੀ ਜਾਓ, ਉਹ ਕੋਈ ਫਾਇਦਾ ਨਹੀਂ ਹੋਣਾ। ਬਾਣੀ ਤੇ ਇਹ ਕਹਿੰਦੀ। ਬਿਲਕੁਲ ਠੀਕ ਹੈ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਹਾਂ। ਬਾਣੀ ਸਰਵਣ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਦੇ, ਦੇਹ ਨਿਰੋਗਤਾ ਬਖਸ਼ੀ, ਤੰਦਰੁਸਤੀ ਬਖਸ਼ੀ ਮੇਰੇ ਮਾਤੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਲ ਬਖਸ਼ਣਾ ਮੇਰੇ ਮਾਲਿਕ। ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਪਤਨੀ ਆਪਣੇ ਪਤੀ ਦੀ ਅਰਦਾਸ ਕਰਾਉਂਦੀ ਹੈ। ਉਹ ਚਾਹੁੰਦੇ ਨੇ ਕਿ ਉਹਨਾਂ ਦਾ ਪਤੀ ਹੈ ਸ਼ਰਾਬ ਘੱਟ ਪੀਵੇ ਜਾਂ ਨਾ ਪੀਵੇ, ਆਪ ਜਾਨੀ ਜਾਣ ਜੋ, ਔਰ ਉਹਨਾਂ ਦੇ ਘਰ 'ਚ ਸੁੱਖ ਸ਼ਾਂਤੀ ਬਖਸ਼ੋ। ਘਰ 'ਚ ਕਲੇਸ਼ ਰਹਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।